ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਜਸ ਖੰਨਾ ਜੀ, ਅੱਜ ਮੇਰਾ ਖਿਆਲ ਹੈ ਕਿ ਤੁਸੀਂ ਉਹ ਮੁੱਦੇ ਲਓਗੇ ਇਸ ਪ੍ਰੋਗਰਾਮ ਵਿੱਚ ਜਿਹੜੇ ਮੁੱਦਿਆਂ 'ਤੇ ਨਜ਼ਰ ਹੈ ਪੰਜਾਬ ਦੇ ਵਸਨੀਕਾਂ ਦੀ ਬਿਲਕੁਲ ਤੇ ਜੀ। ਬਾਹਰਲੇ ਸਾਡੇ ਜਿੰਨੇ ਵੀ ਲੋਕ ਪ੍ਰਵਾਸੀ ਭਾਰਤੀ ਬੈਠੇ ਨੇ, ਤੇ ਮੇਰਾ ਖਿਆਲ ਹੈ ਕਿ ਉਹ ਕਿਹੜਾ ਮੁੱਦਾ ਵਾ ਜਿਹੜਾ ਬਿਲਕੁਲ ਸਰਗਰਮ ਆ ਔਰ ਚਾਹ ਰਹੇ ਨੇ ਸਾਡੇ ਦਰਸ਼ਕ ਸਰ ਗਰਮ ਤਾਂ ਇੱਕੋ ਹੀ ਮੁੱਦਾ ਹੈ ਜੀ ਇਸ ਵਕਤ। ਬਹੁਤ ਜ਼ਿਆਦਾ ਵੈਸੇ ਤਾਂ ਕਈ ਨੇ। ਇਮਰਾਨ ਖਾਨ ਜੀ ਜੋ ਸਾਬਕਾ ਪ੍ਰਾਈਮ ਮਿਨਿਸਟਰ ਨੇ ਪਾਕਿਸਤਾਨ ਦੇ, ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਹੈ, ਗੋਲੀ ਲੱਗੀ ਹੈ। ਸੋ ਇਹੀ ਹੁਣ ਸਾਰੀ ਦੁਨੀਆ ਦੇ ਵਿੱਚ ਚਰਚਾ ਚੱਲਦੀ ਪਈ ਆ, ਕਿਉਂਕਿ ਮੁੜ ਤੋਂ ਚੋਣਾਂ ਕਰਵਾਓ, ਇਹ ਵੀ ਉਹ ਕਾਫੀ ਜ਼ਿਆਦਾ ਜ਼ੋਰ ਦਿੰਦੇ ਰਹੇ ਨੇ। ਰੈਲੀ ਹੋ ਰਹੀ ਹੈ ਤੇ ਰੈਲੀ ਦੇ ਵਿੱਚ ਜਾਨਲੇਵਾ ਹਮਲਾ ਹੋਇਆ, ਬੰਦਾ ਵੀ ਫੜਿਆ ਗਿਆ ਤੇ ਉਹ ਕਹਿੰਦਾ ਕਿ ਮੈਂ ਜਾਨੋਂ ਮਾਰਨ ਵਾਸਤੇ ਆਇਆ ਸੀ। ਜਿਹੜੀ ਪੁੱਛਗਿੱਛ ਚੱਲਦੀ ਪਈ ਆ ਫਿਲਹਾਲ, ਇੰਨੀ ਕੁ ਰਿਪੋਰਟ ਡਿਵੈਲਪਮੈਂਟ ਹੋਈ ਹੈ ਇਹਦੇ 'ਚ। ਇਹ ਹੁਣੇ ਵਾਪਰਿਆ ਕੱਲ, ਔਰ ਇਹ ਤਰੀਕੇ ਇਨਸਾਫ ਪਾਰਟੀ ਦੇ ਪ੍ਰਧਾਨ ਵੀ ਆ ਜੀ। ਔਰ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ। ਔਰ ਦੂਜੀ ਗੱਲ ਰਹੀ ਕਿ ਇਹ ਕ੍ਰਿਕਟ ਦੇ ਬੜੇ ਉੱਚ ਪਾਏਦਾਰ ਖਿਡਾਰੀ ਵੀ ਜੀ ਜੀ। ਔਰ ਜਦੋਂ ਮਾਰਚ ਚੱਲ ਰਿਹਾ ਸੀ ਇਹਨਾਂ ਦਾ ਵਿੱਚ, ਉਹਦੇ ਵਿੱਚ ਕਾਫੀ ਲੋਕ ਜਾ ਰਹੇ ਸੀ ਔਰ ਉਹਦੇ ਵਿੱਚੋਂ ਕਿਸੇ ਅਣਪਛਾਤੇ ਬੰਦੇ ਨੇ ਗੋਲੀ ਚਲਾਈ। ਉਹਦੇ ਵਿੱਚ ਇੱਕ ਤਾਂ ਇਹਨਾਂ ਦੇ ਨਾਲ ਤੋਂ ਸਾਥੀ ਮਾਰਿਆ ਗਿਆ, ਕੁਝ 7-8 ਫੱਟੜ ਹੋਏ ਆ ਔਰ ਇਹਨਾਂ ਦੇ ਪੈਰ ਤੇ, ਸੱਜੇ ਪੈਰ ਤੇ ਗੋਲੀ ਵੱਜੀ ਹੈ ਔਰ ਇਸ ਵੇਲੇ ਹਸਪੀਟਲ 'ਚ ਦਾਖਲ ਆ, ਪਰ ਜਾਨ ਬਚ ਗਈ ਹੈ। ਪਰ ਇਹਦੇ ਪਿੱਛੇ ਉਹਨਾਂ ਨੇ ਖੁਦ ਕਿਹਾ ਕਿ ਇਹਦੇ ਪਿੱਛੇ ਸ਼ਹਿਬਾਜ਼ ਸ਼ਰੀਫ ਜਿਹੜੇ ਪ੍ਰਧਾਨ ਮੰਤਰੀ ਨੇ ਉੱਥੋਂ ਦੇ ਪਾਕਿਸਤਾਨ ਦੇ, ਉਹਨਾਂ ਦਾ ਹੱਥ ਹੈ। ਉਹਦੇ ਨਾਲ ਜਿਹੜੇ ਥਲ ਸੈਨਾ ਦੇ ਮੁਖੀ ਰਹੇ ਆ, ਉਹਨਾਂ ਦਾ ਵੀ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਵੀ ਇਹਦੇ ਵਿੱਚ ਸ਼ਾਮਲ ਨੇ। ਔਰ ਉਹਨਾਂ ਤਿੰਨਾਂ, ਗ੍ਰਹਿ ਮੰਤਰੀ ਨੇ ਉੱਥੋਂ ਦੇਖੋ ਉਹਨਾਂ ਦਾ ਨਾਂ ਲਿਆ ਔਰ ਇਹਨਾਂ ਨੂੰ ਪਤਾ ਹੁੰਦਾ ਕਿ ਇਹਦੇ ਪਿੱਛੇ ਕੌਣ ਨੇ ਔਰ ਕੌਣ ਵਿਰੋਧਤਾ ਸਾਡੀ ਕਰ ਰਿਹਾ। ਖਾਸ ਕਰਕੇ ਜਦੋਂ ਇਹਨਾਂ ਦੀ ਹੁਣ ਇਲੈਕਸ਼ਨ ਹੋਈ ਸੀ, ਉਦੋਂ ਇਹਨਾਂ ਨੇ ਦੂਜਾ ਆਰਮੀ ਦਾ ਜਿਹੜਾ ਉੱਥੇ ਗਲਬਾ ਰਹਿੰਦਾ, ਹਰ ਵੇਲੇ ਪਾਕਿਸਤਾਨ ਦੀ ਜਿਹੜੀ ਫੌਜ ਆ ਉਹਦੀਆਂ ਗੱਲਾਂ ਨਾਲ ਹੀ ਜਿਹੜੀ ਸਾਰੀ ਜਿਹੜੀ ਕਾਇਨਾਤ ਚੱਲਦੀ ਆ, ਰਾਜ ਜਿਹੜਾ ਚੱਲਦਾ ਪਾਕਿਸਤਾਨ ਦੀ ਆਰਮੀ ਚਲਾਉਂਦੀ ਆ। ਕਿਉਂਕਿ ਹੁਣ ਤਾਂ ਨਹੀਂ, ਪਹਿਲੋਂ ਲਿਆਕਤ ਅਲੀ 1957-51 ਦੇ ਵਿੱਚ ਉਹ ਮਾਰੇ ਗਏ ਸੀਗੇ, ਪ੍ਰਧਾਨ ਮੰਤਰੀ ਸੀਗੇ। ਉਸ ਤੋਂ ਬਾਅਦ ਫਿਰ ਜ਼ੁਲਫਕਾਰ ਅਲੀ ਭੁੱਟੋ, ਉਹਨਾਂ ਨੂੰ ਫਾਂਸੀ ਚੜ੍ਹਾਤਾ ਸੀ। ਉਦੋਂ ਫੌਜ ਸੀ ਇਹਦੇ ਪਿੱਛੇ, ਅਯੂਬ ਖਾਨ, ਕਈ ਇਸ ਤਰ੍ਹਾਂ ਦੀਆਂ ਮਹਾਨ ਹਸਤੀਆਂ ਨੂੰ ਇਹਨਾਂ ਨੇ ਜਨਰਲ ਯਹੀਆ ਖਾਨ ਵੀ, ਜਨਰਲ ਯਹੀਆ ਖਾਨ ਨਾਲ ਵੀ ਹੋਇਆ ਉਦੋਂ ਤੱਕ। ਤੇ ਇਸ ਤਰ੍ਹਾਂ ਇਹ ਬੜੇ ਲੋਕਾਂ ਨੂੰ ਇਹਨਾਂ ਨੇ ਫੌਜ ਨੇ ਬਲੀ ਚੜਾਇਆ। ਫੌਜ ਦਾ ਕਾਰਨ ਇਹ ਬਣਿਆ ਨਾ ਕਿਉਂਕਿ ਪਾਕਿਸਤਾਨ ਦਾ ਸੰਵਿਧਾਨ ਬਣਨ 'ਚ ਬਹੁਤ ਦੇਰ ਲੱਗ ਗਈ। ਸਾਡਾ ਭਾਰਤ ਦਾ ਸੰਵਿਧਾਨ ਬਹੁਤ ਛੇਤੀ ਬਣ ਗਿਆ, 10 ਸਾਲ ਲੈ ਗਏ। ਔਰ ਉਸ ਸਮੇਂ ਦੌਰਾਨ ਡੈਮੋਕ੍ਰੇਸੀ ਜਿਹੜੀ ਹੈ ਕਮਜ਼ੋਰ ਹੋ ਗਈ ਤੇ ਜਿਹੜੀ ਫੌਜ ਹੈ ਉਹ ਜ਼ਿਆਦਾ ਮਜ਼ਬੂਤ ਹੋ ਗਈ, ਉਹਦੀ ਦਖਲ ਅੰਦਾਜ਼ੀ ਜ਼ਿਆਦਾ ਵੱਧ ਗਈ। ਬਲਕਿ ਚੱਲਦਾ ਹੀ ਫੌਜ ਦਾ ਸਭ ਕੁਛ ਹੈ ਉੱਥੇ। ਜਿਹਨੂੰ ਫੌਜ ਚਾਹੁੰਦੀ ਉਹ ਪ੍ਰਾਈਮ ਮਿਨਿਸਟਰ ਬਣਦਾ, ਜਿਹਨੂੰ ਫੌਜ ਨਹੀਂ ਚਾਹੁੰਦੀ ਉਹ ਨਹੀਂ ਬਣਦਾ। ਔਰ ਜੇ ਪਹਿਲਾਂ ਬਣ ਜਾਵੇ ਤਾਂ ਬਾਅਦ ਵਿੱਚ ਜੇ ਨਾ ਬਣੇ ਫੌਜ ਨਾਲ ਉਹਦੀ, ਤੇ ਫਿਰ ਉਹਨੂੰ ਪ੍ਰਾਈਮ ਮਿਨਿਸਟਰ ਦੀ ਗੱਦੀ ਤੋਂ ਲਾ ਵੀ ਦਿੰਦੇ ਨੇ। ਸੋ ਇਹ ਗੱਲ ਉੱਥੇ ਹੀ ਹੋਈ ਹੈ ਕਿ ਸਾਡੇ ਤਾਂ ਸੰਵਿਧਾਨ ਨੂੰ ਬਹੁਤ ਛੇਤੀ, ਬਲਕਿ ਆਜ਼ਾਦੀ ਤੋਂ ਪਹਿਲਾਂ ਹੀ ਕੁਛ ਨਾ ਕੁਛ ਖਾਕਾ ਬਣਨਾ ਸ਼ੁਰੂ ਹੋ ਗਿਆ ਸੀ। ਪਾਕਿਸਤਾਨ 'ਚ ਇਹ ਚੀਜ਼ ਡਿਲੇ ਬਣੀ ਕਿਉਂਕਿ ਲੋਕਤੰਤਰ ਦਾ ਆਧਾਰ ਹੀ ਸੰਵਿਧਾਨ ਹੁੰਦਾ, ਕੌਂਸਟੀਟਿਊਸ਼ਨ ਹੁੰਦਾ। ਜਿੱਥੇ ਕੌਂਸਟੀਟਿਊਸ਼ਨ ਡਿਲੇ ਕੀਤਾ ਤਾਂ ਉੱਥੇ ਫਿਰ ਫੌਜ ਨੂੰ ਮੌਕਾ ਮਿਲ ਗਿਆ ਕਿ ਕੌਂਸਟੀਟਿਊਸ਼ਨ ਆਪਣਾ। ਇਕੱਲੇ ਪਾਕਿਸਤਾਨ 'ਚ ਨਹੀਂ ਗਈ, ਕਈ ਮੁਲਕਾਂ 'ਚ ਜਿੰਨੇ ਵੀ ਮੁਸਲਿਮ ਕੰਟਰੀ ਹੈ ਨਾ, ਤੁਹਾਨੂੰ ਉੱਥੇ ਤਾਨਾਸ਼ਾਹੀ ਨਜ਼ਰ ਆਊਗੀ, ਡਿਕਟੇਟਰਸ਼ਿਪ ਨਜ਼ਰ ਆਊਗੀ। ਅਰਬ ਕੰਟਰੀ 'ਚ ਦੇਖ ਲਓ ਜਾ ਕੇ ਤੁਸੀਂ ਸਾਰਾ। ਫਿਰ ਤੁਸੀਂ ਅਫਗਾਨਿਸਤਾਨ 'ਚ ਕੀ ਕੁਛ ਹੋਇਆ, ਉਹਨਾਂ ਦਾ ਪੜੋਸੀ ਦੇਸ਼ ਹੈ, ਇਹ ਸਾਡਾ ਪੜੋਸੀ ਦੇਸ਼ ਆ, ਪਰ ਆਰਮੀ ਹਾਵੀ ਰਹਿੰਦੀ ਹੈ। ਕਈ ਵਾਰੀ ਆਰਮੀ ਦੇ ਜਿਹੜੇ ਉਹਨਾਂ ਦੇ ਜਨਰਲ ਆ, ਉਹੀ ਤਖਤਾ ਪਲਟ ਕੇ ਆਪ ਆ ਜਾਂਦੇ ਆ। ਇਸ ਕਰਕੇ ਆਉਂਦੇ ਆ ਕਿ ਲੋਕ ਉਹਨਾਂ ਨਾਲ ਹੁੰਦੇ ਆ, ਲੋਕ ਉਹਨਾਂ ਦੀ ਗੱਲ ਮੰਨਦੇ ਵੀ ਆ। ਪਰ ਐਤਕੀ ਇਸ ਹਾਦਸੇ 'ਚ ਲੋਕ ਉਲਟ ਹੋਏ ਆਰਮੀ ਦੇ। ਉਹਨਾਂ ਨੇ ਆਰਮੀ ਨੂੰ ਆਲੋਚਨਾ ਆਰਮੀ ਦੀ ਕੀਤੀ। ਉਹਨਾਂ ਨੇ ਕਿਹਾ ਕਿ ਫੌਜ ਨੇ ਇੱਕ ਬੜਾ ਕਰਦਾ ਧਰਦਾ ਜਿਹੜਾ ਹਸੀਅਤ ਸੀ ਉਹਨੂੰ ਮਰਵਾਉਣ ਦਾ ਯਤਨ ਕੀਤਾ ਔਰ ਉਹਦੇ ਵਿੱਚ ਇਹ ਜਿੰਨੇ ਵੀ ਬਾਕੀ ਹਸਤੀਆਂ ਨੇ, ਸਾਰਾ ਕੁਛ ਉਹ ਚਾਹੁੰਦੀਆਂ ਸੀ ਕਿ ਇਮਰਾਨ ਖਾਨ ਪਾਸੇ ਹੋ ਜਾਏ, ਕਿਉਂਕਿ ਇਹਨੇ ਫੌਜ ਦੀ ਗੱਲ ਨਹੀਂ ਮੰਨੀ। ਜਦੋਂ ਉਹਨਾਂ ਨੇ ਚੁੱਕ ਕੇ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਵਾ, ਇਹਨਾਂ ਨੇ ਫਿਰ ਆਪਣੇ ਤਰੀਕੇ ਨਾਲ ਚੱਲਦੇ ਰਹੇ, ਕਿਉਂਕਿ ਪਾਕਿਸਤਾਨ ਦੇ ਬਾਈਡਨ ਦੀ ਇਹਨਾਂ ਨੇ ਵੀ ਗੱਲ ਨਹੀਂ ਮੰਨੀ, ਨਹੀਂ ਗਏ ਉਹਨਾਂ ਕੋਲ। ਪਾਕਿਸਤਾਨ ਇਹਨਾਂ ਨੂੰ ਡਿਫੈਂਸ ਦਾ ਬਜਟ ਦਿੰਦਾ, ਬਹੁਤ ਪੈਸਾ ਦਿੰਦਾ। ਉਹ ਇਸ ਕਰਕੇ ਦਿੰਦਾ ਕਿ ਜਿਹੜੇ ਜਨਰਲ ਨੇ ਉਹ ਇਹਨਾਂ ਦੀ ਚੋਲੀ 'ਚ ਪਏ ਪਾਕਿਸਤਾਨ ਦੀ, ਔਰ ਪੈਸਾ ਬਜਟ ਉਹਨਾਂ ਕੋਲ ਆਉਂਦਾ। ਜਦੋਂ ਇਹ ਥੋੜ੍ਹਾ ਜਿਹਾ ਕੰਨੀ ਕਰਤਾਉਂਦੇ ਆ, ਇਸ ਪਾਸੇ ਨੂੰ ਹੋ ਜਾਂਦੇ ਆ ਪ੍ਰਧਾਨ ਮੰਤਰੀ, ਆਰਮੀ ਫਿਰ ਉਹਦੀ ਦਿਮਾਗਡੋਰ ਸੰਭਾਲ ਲੈਂਦੀ ਆ। ਤਖਤਾ ਪਲਟਿਆ ਜਾਂਦਾ ਉਸੇ ਵੇਲੇ। ਐਤਕੀ ਵੀ ਪਲਟਿਆ ਜਾਣਾ ਸੀਗਾ ਕਿਉਂਕਿ ਇਮਰਾਨ ਖਾਨ ਨੇ ਨਹੀਂ ਮੰਨੀ। ਫਿਰ ਦੁਬਾਰਾ ਇਲੈਕਸ਼ਨ ਹੋਈ, ਫਿਰ ਉਹਨਾਂ ਨੇ ਆਪਣਾ ਬੰਦਾ ਅੱਗੇ ਖੜਾ ਕਰਤਾ। ਸ਼ਹਿਬਾਜ਼ ਸ਼ਰੀਫ ਜਿਹੜੇ ਹੈਗੇ ਆ, ਨਵਾਜ਼ ਸ਼ਰੀਫ ਦੇ ਭਰਾ ਨੇ, ਔਰ ਇਸ ਵੇਲੇ ਉਹਨਾਂ ਕੋਲ ਵਾਗਡੋਰ ਆ ਸਾਰੀ ਪਾਕਿਸਤਾਨ ਦੀ। ਔਰ ਇਸੇ ਕਰਕੇ ਰਹਿੰਦਾ, ਜਦੋਂ ਕੋਈ ਬੰਦਾ ਇਹਨਾਂ ਦੀ ਗੱਲ ਮੰਨਣੋਂ ਹਟ ਜਾਂਦਾ, ਇਹ ਫਿਰ ਆਪਣੇ ਤਰੀਕੇ ਨਾਲ ਮਨਾਉਂਦੇ ਆ, ਜਾਂ ਤਾਂ ਉਹਨੂੰ ਮਰਵਾ ਦਿੰਦੇ ਆ ਜਾਂ ਫਿਰ ਉਹਦੇ ਤੋਂ ਪਦਵੀ ਖੋਹ ਲੈਂਦੇ ਆ। ਇਹ ਅੱਜ ਨਹੀਂ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤਾਂ ਚੱਲਦਾ ਰਿਹਾ। ਉਹ ਸਾਰੇ ਦੇਸ਼ ਦੇ ਜਿਹੜੇ ਵੀ ਪ੍ਰਧਾਨ ਮੰਤਰੀ ਰਹੇ ਆ,
ਉਹ ਵਿਚਾਰੇ ਦੁਖੀ ਰਹੇ ਆ, ਭੱਜ ਦੌੜ ਰਹੀ ਉਹਨਾਂ ਨੂੰ। ਪਬਲਿਕ ਦਾ ਇਸੇ ਕਰਕੇ ਵਿਕਾਸ ਨਹੀਂ ਹੋਇਆ ਇੱਥੇ, ਕਿਉਂਕਿ ਆਰਮੀ ਦਾ ਜਿੱਥੇ ਰੂਲ ਹੁੰਦਾ ਉੱਥੇ ਪਬਲਿਕਲੀ ਸਹੂਲਤਾਂ ਉਨੀਆਂ ਨਹੀਂ ਮਿਲਦੀਆਂ, ਕਿਉਂਕਿ ਆ ਫੌਜ ਜਿਹੜੀ ਆਪਣੇ ਤਰੀਕਾਂ ਨਾਲ ਸੋਚਦੀ ਆ। ਜਨਰਲ ਸੋਚੂਗਾ ਲੜਾਈ, ਜਨਰਲ ਸੋਚੂਗਾ ਵਿਨਾਸ਼, ਜਨਰਲ ਸੋਚੂਗਾ ਜਿਹੜੇ ਹਥਿਆਰਾਂ ਦੀ ਲੜਾਈ, ਪਰ ਜਿਹੜੇ ਦੂਸਰੇ ਲੋਕ ਨੇ ਜਿਹੜੇ ਆਮ ਸਿਵਲ ਦੇ ਲੋਕ ਆ, ਉਹ ਲੋਕਾਂ ਦੀ ਭਲਾਈ ਬਾਰੇ ਸੋਚੋ। ਐਗਜ਼ੈਕਟਲੀ, ਕਿਉਂਕਿ ਪਾਕਿਸਤਾਨ ਦੇ ਜਿਹੜੇ ਫੌਜ ਦੇ ਹੁਕਮਰਾਨ ਨੇ ਉਹਨਾਂ ਵੱਲੋਂ ਇਹ ਸਟੇਟਮੈਂਟਸ ਵੀ ਆਈਆਂ ਨੇ ਕਿ ਅਸੀਂ ਆਪਣੇ ਫੌਜ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ ਚਾਹੁੰਦੇ ਹਾਂ, ਮਾਡਰਨਾਈਜ਼ ਕਰਨਾ ਚਾਹੁੰਦੇ ਹਾਂ। ਜਿੱਦਾਂ ਚੀਨ ਦੇ ਵਿੱਚ ਵੀ ਸ਼ੀ ਜਿਨਪਿੰਗ ਕਹਿ ਰਹੇ ਨੇ ਕਿ ਅਸੀਂ ਆਪਣੀ ਫੌਜ ਨੂੰ ਜ਼ਿਆਦਾ ਮਾਡਰਨ ਕਰਾਂਗੇ, ਉਸੇ ਤਰ੍ਹਾਂ ਤੇ ਪਾਕਿਸਤਾਨ ਵੀ ਕਰਨਾ ਚਾਹੁੰਦਾ, ਕਿਉਂਕਿ ਇਮਦਾਦ ਜੋ ਮਿਲਦੀ ਹੈ ਇਸ ਕਰਕੇ ਉਹੀ ਬੋਲੀ ਬੋਲ ਰਿਹਾ ਜਿਹੜੀ ਚਾਈਨਾ ਦੀ ਬੋਲੀ ਹੈ। ਆਪਾਂ ਅੱਗੇ ਵਧਦੇ ਹਾਂ ਜੀ। ਗੁਜਰਾਤ ਚੋਣਾਂ ਦੇ ਜਿਹੜੇ ਸਾਰੇ ਨਤੀਜੇ ਤਾਂ ਬਾਅਦ 'ਚ ਆਉਣੇ ਨੇ, ਪਰ ਉਹਦੀ ਪਹਿਲਾਂ ਤਿਆਰੀ ਜਿਹੜੀ ਚੱਲਦੀ ਪਈ ਹੈ, ਕਿਉਂਕਿ ਨਤੀਜਿਆਂ ਵਾਸਤੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਜਿੱਤੇ ਕਿਉਂਕਿ ਹਰ ਥਾਂ ਤੇ ਕਹਿੰਦੇ ਪਏ ਨੇ ਅਸੀਂ ਪੰਜਾਬ ਨੂੰ ਉਹ ਬਣਾ ਦਿੱਤਾ ਹੈ ਜਿਹੜਾ ਪੰਜਾਬ ਕਦੇ ਨਹੀਂ ਸੀ, ਰਵਾਇਤੀ ਪਾਰਟੀਆਂ ਬਣਾ ਹੀ ਨਹੀਂ ਸਕੀਆਂ, ਅਸੀਂ ਬਣਾ ਕੇ ਰੱਖ ਦਿੱਤਾ। ਐਡਵਰਟੀਜ਼ਮੈਂਟਸ ਚੱਲਦੀਆਂ ਪਈਆਂ। ਤਾਂ ਇਹ ਜਿਹੜੀਆਂ ਗੁਜਰਾਤ ਚੋਣਾਂ ਨੇ ਉਹਦਾ ਜਿਹੜਾ ਦਿਨ ਫਿਕਸ ਹੋਇਆ ਹੈ 5 ਤੇ 1 ਦਸੰਬਰ, 2 ਤਰੀਕਾਂ ਨਿਸ਼ਚਿਤ ਕੀਤੀਆਂ ਨੇ। ਦੋ ਗੇੜਾਂ 'ਚ ਹੋਣਗੀਆਂ, 1 ਦਸੰਬਰ ਨੂੰ ਹੋਏਗਾ ਤੇ 5 ਦਸੰਬਰ ਨੂੰ ਹੋਏਗਾ। ਸੋ ਇਹਦੇ ਵਾਸਤੇ ਸਾਰੀ ਮੁਸ਼ੱਕਤ ਚੱਲਦੀ ਪਈ ਹੈ, ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਨੇ। ਹਾਂ, ਖਾਸ ਤੌਰ ਤੇ ਜਿਹੜੀਆਂ ਦੋ ਪਾਰਟੀਆਂ ਮੁੱਖ ਨੇ ਉਹਨਾਂ ਦਾ ਆਪਸੀ ਟਕਰਾਅ ਹੈਗਾ, ਬਹੁਤ ਜ਼ਿਆਦਾ। ਬੀਜੇਪੀ ਹੈ ਤੇ ਕਾਂਗਰਸ ਹੈ। ਹਾਂਜੀ। ਔਰ ਉਸ ਤੋਂ ਬਾਅਦ ਜਨਤਾ ਦਲ ਵੀ ਪਹਿਲੋਂ ਰਿਹਾ, ਜਨਤਾ ਦਲ ਨੇ ਵੀ ਉੱਥੇ ਆਪਣੀ ਹਕੂਮਤ ਦੇ ਦਿੱਤੀ ਸੀ, ਬਣ ਗਏ ਸੀਗੇ। ਪਰ ਇਸ ਵੇਲੇ ਟਕਰਾਅ ਇਹਨਾਂ ਦਾ ਹੈਗਾ। ਪਰ ਆਪ ਪਾਰਟੀ ਵੀ ਕਹਿ ਰਹੀ ਹੈ, ਕਿਉਂਕਿ ਇਹਦਾ ਨਤੀਜਾ ਆਉਣ 'ਤੇ ਪਤਾ ਲੱਗੂਗਾ ਕਿ ਲੋਕ ਕਿਸ ਪਾਸੇ ਚੱਲਦੇ ਆ, ਕਿਉਂਕਿ ਇਲੈਕਸ਼ਨ ਜਦੋਂ ਹੁੰਦੀ ਹੈ ਲੋਕਾਂ ਦੇ ਦਿਮਾਗ ਦਾ, ਲੋਕਾਂ ਦੇ ਝੁਕਾਅ ਦਾ ਨਹੀਂ ਪਤਾ ਲੱਗਦਾ। ਪੰਜਾਬ 'ਚ ਕੀ ਕੁਛ ਹੋ ਗਿਆ, ਪੰਜਾਬ 'ਚ ਸਾਰੀਆਂ ਪਾਰਟੀਆਂ ਆਪਣਾ ਪੱਲਾ ਝਾੜ ਕੇ ਪਾਸੇ ਹੋ ਗਈਆਂ। ਦੁਨੀਆ ਦਾ ਕੋਈ ਪਤਾ ਨਹੀਂ ਦੇ ਵੀ ਵੱਡੀ ਲਹਿਰ ਹੁੰਦੀ ਆ, ਕਿਸ ਪਾਸੇ ਲੋਕ ਚੱਲ ਪੈਂਦੇ ਆ। ਔਰ ਕਿਸੇ ਵੀ ਵੱਡੇ ਯੋਗੀਆਂ ਨੂੰ ਨਹੀਂ ਸੀ ਪਤਾ ਕਿ ਪੰਜਾਬ 'ਚ 92 ਸੀਟਾਂ ਲੈ ਜਾਣਗੇ। ਕਿਸੇ ਦੀ ਕੋਈ ਕਿਆਸ ਰਾਈ ਨਹੀਂ, ਕੋਈ ਐਗਜ਼ੈਕਟ ਪੋਲ ਤੋਂ ਨਹੀਂ ਪਤਾ ਲੱਗਾ ਆਰਾਮ ਨਾਲ, ਕਿਉਂਕਿ ਲੋਕਾਂ ਦੇ ਅੰਦਰੂਨੀ ਜਿਹੜਾ ਸੋਚ ਹੁੰਦੀ ਆ। ਹੁਣ ਇਹਦੇ ਵਿੱਚ ਗੁਜਰਾਤ 'ਚ ਚਲੋ ਇਹਨਾਂ ਨੇ ਹਰ ਬੰਦੇ ਨੇ ਆਪਣੀ ਸਹੂਲਤਾਂ ਦਾ ਰੌਲਾ ਪਾਉਣਾ ਕਿ ਅਸੀਂ ਆਹ ਤੁਹਾਨੂੰ ਦੇ ਦਾਂਗੇ, ਤੁਸੀਂ ਆਹ ਲੈ ਲਓ, ਤੁਸੀਂ ਸਾਡੀਆਂ ਸਹੂਲਤਾਂ 'ਤੇ ਮਗਰ ਲੱਗ ਕੇ ਸਾਨੂੰ ਵੋਟਾਂ ਪਾ ਦਿਓ। ਇਹੀ ਪਾਪ ਨੇ ਇੱਥੇ ਕਿਹਾ ਕਿ ਸਾਨੂੰ ਇੱਕ ਵਾਰੀ ਮੌਕਾ ਦੇ ਕੇ ਦਿਓ ਇੱਥੇ, ਔਰ ਇਹਨਾਂ ਨੂੰ ਲੋਕਾਂ ਨੇ ਮੌਕਾ ਦੇ ਦਿੱਤਾ। ਹੁਣ ਦੇਖੋ ਜਿਹੜਾ ਗੁਜਰਾਤ 'ਚ ਕੀ ਹੁੰਦਾ ਅਤੇ ਹਿਮਾਚਲ 'ਚ ਕੀ ਹੁੰਦਾ। ਹਿਮਾਚਲ 'ਚ ਵੀ ਇਲੈਕਸ਼ਨ ਆ ਰਹੀ ਹੈ ਔਰ ਗੁਜਰਾਤ 'ਚ ਵੀ ਆ ਰਹੀ ਆ, ਹੋਰਨਾਂ ਸੂਬਿਆਂ 'ਚ ਵੀ ਆਊਗੀ। ਪਰ ਇਸ ਵੇਲੇ ਗੁਜਰਾਤ 'ਚ ਜਿਹੜਾ ਪੱਖ ਦਾ ਮਸਲਾ ਇਹੀ ਆ ਇਲੈਕਸ਼ਨ, ਔਰ ਉਹਦੇ ਵਿੱਚ ਦੋ ਪਾਰਟੀਆਂ ਦਾ ਫਸਵਾਂ ਡਟ ਕੇ ਮੁਕਾਬਲਾ ਹੈਗਾ, ਕਾਂਗਰਸ ਦਾ ਅਤੇ ਬੀਜੇਪੀ ਦਾ। ਔਰ ਤੀਜਾ ਇਹ ਆ ਗਏ, ਆਪ ਵਾਲੇ ਆ ਗਏ, ਕਿਉਂਕਿ ਤੀਜਾ ਫਰੰਟ ਇਹ ਹੁਣ ਬਣਿਆ, ਪਹਿਲਾਂ ਤਾਂ ਦੂਜੀਆਂ ਦੋ ਪਾਰਟੀਆਂ ਹੁੰਦੀਆਂ। ਪਰ ਐਤਕੀ ਵੇਖਦੇ ਆ ਵੀ ਲੋਕ ਕੀ ਸੋਚਦੇ ਆ, ਜਨਤਾ ਕੀ ਸੋਚਦੀ ਆ, ਕਿਸ ਭਾਅ ਜਿਹੜਾ ਚੱਲਦਾ ਕੰਮ, ਕਿਸ ਭਾਅ ਜਿਹੜਾ ਤੁਲਦਾ ਕੰਮ। ਹੁਣ ਆਉਣ ਵਾਲੀਆਂ ਆ ਗਈਆਂ ਕਿ ਛੇਤੀ ਅਨਾਉਂਸ ਹੋ ਗਿਆ। ਚੋਣ ਕਮਿਸ਼ਨ ਜਿਹੜੇ ਹੈਗੇ ਨੇ ਉਹਨਾਂ ਨੇ ਮੌਜੂਦਾ ਨੇ ਅਨਾਉਂਸ ਕਰ ਦਿੱਤਾ ਕਿ ਆਹ ਅਨਾਉਂਸ ਹੋ ਗਈ ਡੇਟ, ਅਤੇ ਉਸ ਤੋਂ ਬਾਅਦ 10 ਦਿਨਾਂ ਬਾਅਦ ਰਿਜ਼ਲਟ ਆ ਜਾਣਾ। ਰਿਜ਼ਲਟ ਆ ਕੇ ਪਤਾ ਲੱਗ ਜੂਗਾ ਕੌਣ ਮੁੱਖ ਮੰਤਰੀ ਬਣ ਗਿਆ। ਤਾਂ ਬਣਾਉਣਾ ਲੋਕਾਂ ਨੇ। ਤੁਸੀਂ ਇਸ ਵਾਰ ਕੋਈ ਭਵਿੱਖਬਾਣੀ ਨਹੀਂ ਕਰਨੀ, ਕਿਉਂਕਿ ਪਹਿਲਾਂ ਜਿਹੜੀਆਂ ਭਵਿੱਖਬਾਣੀਆਂ ਕੀਤੀਆਂ ਸੀ ਉਹ ਸਹੀ ਸਾਬਤ ਹੋਈਆਂ। ਆਪਾਂ ਨਹੀਂ ਕਰਾਂਗੇ, ਕਿਉਂਕਿ ਪਾਰਟੀਆਂ ਦਾ ਮਸਲਾ ਇਹਦੇ ਵਿੱਚ। ਜੇ ਕਿਸੇ ਖਾਸ ਇੱਕ ਬੰਦਾ ਹੋਵੇ ਜਿਹਨੂੰ ਬਹੁਤ ਸੰਮਤੀ ਮਿਲਣੀ ਤਾਂ ਪਤਾ ਹੋਵੇ ਵੀ ਇਕੱਲਾ ਬੰਦਾ ਹੈਗਾ, ਕਿਉਂਕਿ ਬਾਕੀ ਹੈਗੇ ਲੋਕਤੰਤਰ ਹੈ, ਇਹ 'ਚ ਭਵਿੱਖਬਾਣੀ ਨਹੀਂ ਚੱਲਦੀ। ਲੋਕਾਂ ਦਾ ਤੰਤਰ ਹੈ, ਲੋਕਾਂ ਦਾ ਮੰਤਰ ਹੈ, ਲੋਕਾਂ ਦਾ ਸਾਰਾ ਕੁਝ। ਤੁਸੀਂ ਤਾਂ ਰਿਸ਼ੀ ਸੁਣਕ ਬਾਰੇ ਵੀ ਭਵਿੱਖਬਾਣੀ ਕਰ ਦਿੱਤੀ ਸੀ। ਉਹਨਾਂ ਨੂੰ ਆਪਾਂ ਨੂੰ ਪਤਾ ਪਿਆ ਕਿ ਕਿਉਂਕਿ ਪਹਿਲੀ ਦੌੜ 'ਚ ਨਿਕਲ ਗਏ ਅੱਗੇ। ਜਦੋਂ ਟਰਸਟ ਬਣੀ ਹੈ ਉਦੋਂ ਇੱਕ ਦੌੜ 'ਚ ਅੱਗੇ ਨਿਕਲ ਗਏ ਸੀ, ਫਿਰ ਪਿੱਛੇ ਆ ਗਏ। ਫਿਰ ਲੱਗਦਾ ਵੀ ਫਸਮਾਂ ਦੋਵਾਂ ਦਾ ਮੁਕਾਬਲਾ ਹੈਗਾ। ਅਸੀਂ ਭਵਿੱਖਬਾਣੀ ਤਦ ਕਰ ਦਿੱਤੀ ਕਿ ਸਾਡਾ ਆਪਣਾ ਬੰਦਾ ਸੀਗਾ, ਹਿੰਦੁਸਤਾਨ ਦਾ ਬੰਦਾ ਸੀਗਾ, ਇੰਡੀਅਨ ਪ੍ਰਵਾਸੀ ਭਾਰਤੀ ਸੀਗਾ, ਔਰ ਉਹਨੂੰ ਪਤਾ ਹੈਗਾ ਕਿ ਮੇਰਾ ਦੇਸ਼, ਮੇਰੇ ਲੋਕ ਮੇਰੇ ਲਈ ਅਰਦਾਸ ਕਰਨਗੇ, ਔਰ ਬਣ ਗਿਆ। ਫਿਰ ਵੈਸੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਮੇਰੇ ਬਾਰੇ ਵੀ ਭਵਿੱਖਬਾਣੀ ਕਰ ਚੁੱਕੇ ਨੇ। ਵਾਹ, ਤੁਸੀਂ ਬਲਕਾਰ ਜੀ ਬਣੋਗੇ ਆਉਣ ਵਾਲੇ ਦਿਨਾਂ 'ਚ, ਕੁਛ ਨਾ ਕੁਛ ਬਣੋਗੇ। ਸਾਡਾ ਬਿਲਕੁਲ ਦਿਲ ਦਰਿਆ ਵਾ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਖੁਦ ਆਪਣੀ ਹਸਤੀ ਨੂੰ ਤਰੀਕੇ ਨਾਲ ਵਰਤੋ ਔਰ ਤਰੀਕੇ ਨਾਲ ਰਹੋ ਅਤੇ ਲੋਕਾਂ ਦਾ ਜਿਹੜਾ ਖਿਆਲ ਰੱਖੋ। ਚਲੋ ਆਪਾਂ ਇਹ ਵੀ ਦੇਖਦੇ ਹਾਂ ਕਿ ਮੇਰੇ ਬਾਰੇ ਜਿਹੜੀ ਤੁਸੀਂ ਭਵਿੱਖਬਾਣੀ ਕੀਤੀ ਹੈ ਪੱਕਾ ਉਹ ਹੁਣ ਸੱਚ ਹੋਣੀ ਹੈ। ਚਲੋ ਹੁਣ ਆਪਾਂ ਅੱਗੇ ਵਧੀਏ। ਹੁਣ ਇਹ ਭਵਿੱਖਬਾਣੀ ਕਰੋ, ਕਿਉਂਕਿ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਉਹਨਾਂ ਵਾਸਤੇ ਉਹਨਾਂ ਨੇ ਧਾਮੀ ਸਾਹਿਬ ਨੂੰ ਕਹਿ ਦਿੱਤਾ ਤੇ ਇੱਧਰ ਬੀਬੀ ਜਗੀਰ ਕੌਰ ਵੀ ਕਾਫੀ ਫਸਵਾਂ ਮੁਕਾਬਲਾ ਲੱਗਦਾ ਪਿਆ। ਹੁਣ ਇਹਦੇ ਵਿੱਚ ਕੀ ਬਣੂਗਾ ਇਹ ਜ਼ਰਾ ਦੱਸੋ। ਤੇ ਇਹਦੇ ਵਿੱਚ ਦੇਖੋ ਹਮਾਇਤ ਇਹਨਾਂ ਨੇ ਫਿਰ ਕਰਤੀ ਆ ਹਰਜਿੰਦਰ ਸਿੰਘ ਧਾਮੀ ਜਿਹੜੇ ਮੌਜੂਦਾ ਪ੍ਰਧਾਨ ਨੇ SGPC ਦੇ। ਹੁਣ ਦੁਬਾਰਾ ਉਹਨਾਂ ਦਾ ਨਾਂ ਨੋਮੀਨੇਟ ਕਰਤਾ। ਟਵਿੱਟਰ 'ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਅਨਾਉਂਸ ਕਰਤਾ ਕਿ ਸਾਡੇ ਆਉਣ ਵਾਲੇ ਜਿਹੜੇ ਪ੍ਰਧਾਨ ਨੇ ਇਹ ਨੇ SGPC ਦੇ। ਪਰ ਉਹ 'ਚ ਬੀਬੀ ਨੂੰ ਸਮਝਾਇਆ ਸੀ ਇਹਨਾਂ ਨੇ, ਜਿਹਦੇ 'ਚ ਆਪਣਾ ਡਾਕਟਰ ਦਲਜੀਤ ਸਿੰਘ ਆਏ ਸੀਗੇ ਅਤੇ ਉਹਦੇ 'ਚ ਮਲੂਕਾ ਜੀ ਆਏ ਸੀਗੇ, ਔਰ ਉਹਦੇ 'ਚ ਬਾਕੀ ਹੋਰ ਵੀ ਲੋਕ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਹ ਬਗਾਵਤ ਨਾ ਕਰੋ ਤਾਂ ਕਿ ਅਸੀਂ ਆਪਣੇ ਤਰੀਕੇ ਨਾਲ ਪ੍ਰਧਾਨਗੀ ਕਿਸੇ ਨੂੰ ਸੌਂਪ ਦਈਏ। ਪਰ ਬੀਬੀ ਅੱਗੇ ਵੀ ਰਹਿ ਚੁੱਕੇ ਆ,
ਆਹ ਮਸਲਾ ਇਸ ਵੇਲੇ ਜਿਹੜਾ ਅਸੀਂ ਕਿਹਾ ਵਾ, ਇੱਕ ਤਾਂ ਮੌਜੂਦਾ ਪ੍ਰਧਾਨ ਹੈਗੇ ਆ, ਦੁਬਾਰਾ ਫਿਰ ਪ੍ਰਧਾਨ ਬਣ ਗਏ, ਬੀਬੀ ਵੀ 3 ਵਾਰੀ ਬਣ ਚੁੱਕੀ ਆ, ਫਿਰ ਦੁਬਾਰਾ ਉਸੇ ਦੌੜ 'ਚ ਆ ਗਈ ਆ। ਮੇਰਾ ਖਿਆਲ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਲੋਕਾਂ ਦੀ ਵੀ ਇਹ ਆਲੋਚਨਾ ਹੈਗੀ ਆ ਕਿ ਪੰਜਾਬ 'ਚ ਕੋਈ ਹੋਰ ਵੱਡਾ ਇਸ ਤਰ੍ਹਾਂ ਦਾ ਸਕਾਲਰ ਨਹੀਂ ਹੈਗਾ ਜਿਹੜਾ ਪ੍ਰਧਾਨਗੀ ਦੇ ਨਾਮਜ਼ਦ ਜਾਂ ਬਣ ਸਕੇ। ਜਿਹੜਾ ਬੰਦਾ ਅੱਗੇ ਕੁਰਸੀ ਤੇ ਬੈਠਾ ਉਹਨੂੰ ਫਿਰ ਦੁਬਾਰਾ ਅਨਾਉਂਸ ਕਰ ਦਿੱਤਾ, ਜਾਂ ਫਿਰ ਬਹੁਤ ਸੰਮਤੀ ਕਰਵਾ ਲਓ। ਇਲੈਕਸ਼ਨ ਤੇ ਫਿਰ ਪੈਸਾ ਕਿਉਂ ਬਰਬਾਦ ਕਰੋਗੇ ਜੇ ਤੁਹਾਡਾ ਪਤਾ ਹੈਗਾ ਤੁਸੀਂ ਇਹ ਬਣਾਉਣਾ। ਬੀਬੀ ਨੇ ਕਹਿਤਾ ਕਿ ਜਿਹੜੀ ਪ੍ਰਧਾਨਗੀ ਲਿਫਾਫੇ 'ਚੋਂ ਨਿਕਲਦੀ ਹੈ, ਜਦੋਂ ਲਿਫਾਫਾ ਇਹਨਾਂ ਦਾ ਆ ਜਾਂਦਾ ਉਹ 'ਚ ਨਾਂ ਲਿਖਿਆ ਹੁੰਦਾ, ਤਾਂ ਉਸੇ ਗੱਲ ਨੂੰ ਇਹਨਾਂ ਨੇ ਉਹਦੀ ਆਲੋਚਨਾ ਕੀਤੀ, ਉਹਦੇ ਨਾਲ ਕੀਤਾ ਬਗਾਵਤ ਕਰ ਗਈ ਬੀਬੀ। ਹੁਣ ਆਉਣ ਵਾਲੇ ਸਮੇਂ 'ਚ ਇਸ ਵੇਲੇ ਇਹਨਾਂ ਦਾ ਨਾਂ ਨੋਮੀਨੇਟ ਕਰਤਾ। ਮੇਰੇ ਖਿਆਲ ਨਾਲ ਇਹਨਾਂ ਨੇ ਫਿਰ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਬਣਾਉਣਗੇ, ਔਰ ਬਣਾਉਣ ਦਾ ਵਾਅਦਾ ਵੀ ਕਰ ਲਿਆ ਉਹਨਾਂ ਨੇ, ਕਿਉਂਕਿ ਜਦੋਂ ਐਲਾਨ ਕਰਤਾ ਸੁਖਬੀਰ ਬਾਦਲ ਨੇ, ਆਗੂ ਨੇ, ਪ੍ਰਧਾਨ ਨੇ ਅਕਾਲੀ ਦਲ ਦੇ ਮੁਖੀ ਹੈਗੇ ਆ ਬਾਦਲ ਸਾਹਿਬ, ਜਿਹੜੇ ਵੱਡੇ ਬਾਦਲ ਸਾਹਿਬ ਆ, ਤਾਂ ਹੁਣ ਥੋੜ੍ਹੀ ਸਿਹਤ ਉਹਨਾਂ ਦੀ ਬਿਲਕੁਲ ਇਸ ਤਰ੍ਹਾਂ ਦੀ ਨਹੀਂ, ਪਰ ਚੱਲਦਾ ਸਿੱਕਾ ਇਸ ਵੇਲੇ ਸੁਖਬੀਰ ਬਾਦਲ ਜੀ ਦਾ ਵਾ। ਪਰ ਇਹਦੇ ਵਿੱਚ 3-4 ਹੁਕੂਮਤਾਂ ਹੋਰ ਵੀ ਆਉਣ ਰਲੀਆਂ, ਜਿਸ 'ਚ ਢੀਂਡਸਾ ਸਾਹਿਬ ਨੇ, ਸੁਖਦੇਵ ਸਿੰਘ ਢੀਂਡਸਾ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ, ਉਹ ਇਸ ਗੱਲ ਤੋਂ ਦੁਖੀ ਨੇ। ਉਹ ਚਾਹੁੰਦੇ ਨੇ ਕਿ ਅੱਗੇ ਵੀ ਅਸੀਂ ਨਿਕਲ ਗਏ ਇਸ ਅਕਾਲੀ ਦਲ ਤੋਂ, ਦੁਬਾਰਾ ਸਾਡਾ ਆਉਣਾ ਨਹੀਂ। ਉਹਦੇ ਵਿੱਚ ਬ੍ਰਹਮਪੁਰਾ ਸਾਹਿਬ ਨੇ, ਹੈ ਨਾ, ਸੇਵਾ ਸਿੰਘ ਸੇਖਵਾਂ ਵੀ ਚਲੇ ਗਏ ਸੀ, ਪਰ ਹੁਣ ਉਹ ਦੁਨੀਆ ਤੋਂ ਚਲੇ ਗਏ, ਉਹ ਨਹੀਂ ਹੈਗੇ। ਹੋਰ ਵੱਡੇ ਲੀਡਰ ਵੀ ਬੈਠੇ ਨੇ, ਉਹਨਾਂ ਵੀ ਇਸ ਗੱਲ 'ਤੇ ਖਦਸ਼ਾ ਕੀਤਾ, ਨਾਰਾਜ਼ਗੀ ਜ਼ਾਹਰ ਕੀਤੀ। ਔਰ ਬੀਬੀ ਜਗੀਰ ਕੌਰ ਦੁਬਾਰਾ ਆਉਣਾ ਜਿਹੜਾ ਲਾਜ਼ਮੀ ਸਮਝ ਰਹੀ ਕਿ ਮੈਂ ਬਣੂਗੀ ਦੁਬਾਰਾ ਆ ਕੇ, ਕਿਉਂਕਿ ਬੀਬੀ ਦਾ ਆਪਣਾ ਵੋਟ ਬੈਂਕ ਵੀ ਬਹੁਤ ਹੈਗਾ। ਵੋਟ ਬੈਂਕ ਕਰਕੇ ਵੀ ਅਕਾਲੀ ਦਲ ਜਿੱਤਦਾ ਰਿਹਾ। ਪਿਛਲੀਆਂ ਚੋਣਾਂ 'ਚ ਹਾਰਨ ਨਾਲ ਇਹਨਾਂ ਨੂੰ ਵੀ ਲੱਗਿਆ ਅਕਾਲੀ ਦਲ ਨੂੰ ਕਿ ਇਹ ਤਾਂ ਵੋਟਾਂ ਨਹੀਂ ਪਈਆਂ, ਹੁਣ ਬੀਬੀ ਨੂੰ ਵੀ ਇੱਕ ਪਾਸੇ ਨੁਕਰੇ ਲਾ ਦਿਓ, ਬੀਬੀ ਨਾ ਆ ਸਕੇ ਅਸੀਂ ਆਪਣਾ ਪ੍ਰਧਾਨ ਦੁਬਾਰਾ ਬਣਾ ਦਿੰਦੇ ਹਾਂ। ਪਰ ਬਹੁਤ ਸੂਝਵਾਨ ਲੋਕਾਂ ਦਾ ਇਹ ਹੈਗਾ ਜਿਹੜਾ ਵਿਚਾਰ ਕਿ ਇਹ ਬੀਬੀ ਦੁਬਾਰਾ ਫਿਰ ਅੱਗੇ ਆ ਰਹੀ ਹੈ, ਫਿਰ ਬੀਬੀ ਆ ਰਹੀ ਉੱਥੇ, ਉਹ 'ਚ ਨਵਾਂ ਬੰਦਾ ਨਹੀਂ ਮਿਲਿਆ ਇਹਨਾਂ ਨੂੰ। ਹਰਜਿੰਦਰ ਸਿੰਘ ਧਾਮੀ ਜੀ ਪਹਿਲਾਂ ਹੀ ਬੈਠੇ, 5 ਸਾਲ ਪਹਿਲਾਂ ਰਹਿ ਚੁੱਕੇ, ਹੁਣ 5 ਸਾਲ ਹੋਰ ਇਹਨਾਂ ਨੂੰ ਰੱਖਣਗੇ। ਕੀ ਗੱਲ ਕਿ ਪੰਜਾਬ ਵਿੱਚ ਕੋਈ ਨਹੀਂ ਗਿਆ, ਅਸੀਂ ਵਾਰ-ਵਾਰ ਉਂਗਲੀ ਤਾਂ ਚੁੱਕ ਲੈਂਦੇ ਹਾਂ, ਆਪ ਕੀ ਕਰ ਰਹੀ ਹੈ, ਕਾਂਗਰਸ ਕੀ ਕਰ ਰਹੀ ਹੈ, ਅਕਾਲੀ ਦਲ ਕੀ ਕਰ ਰਿਹਾ। ਉਹਨਾਂ ਨੂੰ ਪਤਾ ਹੈਗਾ ਕਿ ਖਾਸ ਤੌਰ 'ਤੇ ਇੱਕ ਧਾਰਮਿਕ ਸੰਸਥਾ ਦਾ ਪ੍ਰਧਾਨ ਬਣਾਉਣ ਲਈ ਇਹਨਾਂ ਨੂੰ ਇੱਕ ਹੀ ਬੰਦਾ ਲੱਭਦਾ ਕਿ ਉਹੀ ਹੈ। ਬਾਕੀ ਜਿਹੜਾ ਇੰਨੀ ਨਫਰੀ ਬੈਠੀ ਹੈ ਪੰਜਾਬ 'ਚ, ਇੰਨੇ ਪੜ੍ਹੇ ਲਿਖੇ ਲੋਕ ਬੈਠੇ ਆ, ਇੰਨੇ ਗੁਰੂ ਸਾਹਿਬ ਨੂੰ ਮੰਨਣ ਵਾਲੇ ਲੋਕ ਬੈਠੇ ਆ, ਧਰਮ ਨੂੰ ਜਾਣਨ ਵਾਲੇ, ਗੁਰਬਾਣੀ ਨੂੰ ਜਾਣਨ ਵਾਲੇ, ਉਹ ਲੋਕਾਂ ਤੋਂ ਕਿਨਾਰਾ ਕਰ ਜਾਂਦੇ ਆ। ਇਹ ਲੋਕਾਂ ਨੂੰ ਇਸ ਗੱਲ ਦਾ ਦੁੱਖ ਹੈਗਾ, ਔਰ ਇਸੇ ਕਰਕੇ ਅਕਾਲੀ ਦਲ ਦਾ ਜਿਹੜੀ ਇਹ ਸੰਸਥਾ ਵਾ ਥੋੜ੍ਹੀ ਜਿਹੀ ਹੁਣ ਥੱਲੇ ਵੱਲ ਨੂੰ ਜਾ ਰਹੀ ਹੈ, ਕਿਉਂਕਿ ਲੋਕਾਂ ਦੀ ਹਮਾਇਤ, ਲੋਕਾਂ ਦਾ ਪਿਆਰ, ਲੋਕਾਂ ਦਾ ਸਵਾਗਤ ਨਹੀਂ ਰਿਹਾ ਇਹਨਾਂ ਦੇ ਅੰਦਰ, ਕਿਉਂਕਿ ਮਨਮਾਨੀ ਆਪ ਹੁੰਦੀ ਹੈ, ਇਸੇ ਕਰਕੇ ਸਾਰਾ ਕੁਝ ਹੁੰਦਾ। ਜਦੋਂ ਮਿਆਰ ਤੋਂ ਥੱਲੇ ਆਓ ਨਾ, ਉਦੋਂ ਇਹੀ ਹੁੰਦਾ ਕਿ ਹਾਲਾਂਕਿ ਬੀਬੀ ਜਗੀਰ ਕੌਰ ਕਹਿ ਰਹੇ ਨੇ ਕਿ ਮੈਂ ਸੇਵਾ ਕਰਨਾ ਚਾਹੁੰਦੀ ਹਾਂ। ਬਿਲਕੁਲ ਬਿਲਕੁਲ, ਸੇਵਾ ਤੁਸੀਂ ਬਹੁਤ ਵਾਰੀ ਕਿਹਾ, ਬਹੁਤ ਵਾਰੀ ਜਿਹੜੇ ਆਉਂਦੇ ਸੇਵਾ ਕਰਨਾ ਚਾਹੁੰਦੇ। ਸੇਵਾ ਇੱਕ ਸ਼ਬਦ ਹੈਗਾ, ਨਿਸ਼ਕਾਮ ਸੇਵਾ ਕਰਨਾ ਚਾਹੁੰਦੇ ਆ, ਫਿਰ ਉਹਦੇ ਬਾਅਦ ਝੋਲੀਆਂ ਆਪਣੀਆਂ ਭਰਨੀਆਂ ਸ਼ੁਰੂ ਕਰ ਦਿੰਦੇ ਆ, ਆਪਣੇ ਬੱਚਿਆਂ ਨੂੰ, ਆਪਣੇ ਦੋਹਤਰਿਆਂ ਨੂੰ, ਪੋਤਰਿਆਂ ਨੂੰ, ਉਹਨਾਂ ਨੂੰ ਜਾ ਕੇ ਰੋਜ਼ੀ ਰੋਟੀ ਦੇਣ ਦੇ ਮੁਹੱਈਆ ਕਰ ਦਿੰਦੇ, ਨੌਕਰੀ ਉਹਨਾਂ ਨੂੰ ਮਿਲਦੀਆਂ, ਬਾਕੀਆਂ ਦੇ ਕਿਸੇ ਖਾਲੀ, ਬਾਕੀਆਂ ਦੀਆਂ ਥਾਲੀਆਂ ਖਾਲੀ, ਉਹ ਲੋਕਾਂ ਦੇ ਉਹਨਾਂ ਦੇ ਵਿੱਚ ਰੋਟੀ ਨਹੀਂ, ਉਹਨਾਂ 'ਚ ਕੋਈ ਟੁੱਕ ਨਹੀਂ ਗਾ, ਅਤੇ ਬਾਕੀ ਇਹਨਾਂ ਦੇ ਬ੍ਰੈਡ ਆ, ਇਹਨਾਂ ਦੇ ਬੜੇ ਕੁਛ ਵੱਡੇ ਖਾਣੇ ਆ। ਇਹ ਗੱਲ ਖਾਸ ਤੌਰ 'ਤੇ ਪੜਾਅ ਵਾ। ਅੱਗੋਂ ਸਵਾਲ ਪੁੱਛਣਾ ਚਾਹੀਦਾ, ਜਦੋਂ ਉਹ ਕਹਿਣ ਨਾ ਅਸੀਂ ਸੇਵਾ ਕਰਨਾ ਚਾਹੁੰਦੇ ਹਾਂ, ਕਿਹਦੀ ਸੇਵਾ ਕਰਨਾ ਚਾਹੁੰਦੇ ਹੋ, ਇਹ ਕਲੀਅਰ ਕਰੋ। ਜਿਹਨੇ ਫਿਰ ਕਹਿਣਾ ਲੋਕਾਂ ਦੀ, ਜਨਤਾ, ਲੋਕਾਂ ਦੀ, ਪੰਥ ਦੀ, ਆਪਣੀ, ਆਪਣੇ ਪਰਿਵਾਰ ਦੀ, ਰਿਸ਼ਤੇਦਾਰਾਂ ਦੀ, ਜਾਂ ਖਾਸ ਉਹਨਾਂ ਲੋਕਾਂ ਦੀ ਜਿਹੜੇ ਤੁਹਾਨੂੰ ਇਸ ਗੱਦੀ ਦੇ ਉੱਤੇ ਥਾਪਦੇ ਪਏ ਨੇ, ਉਹਨਾਂ ਦੀ ਸੇਵਾ ਕਿਹਦੀ ਕਰਨੀ ਹੈ, ਪਹਿਲਾਂ ਕਲੀਅਰ ਕਰੋ, ਫਿਰ ਅਸੀਂ ਅੱਗੇ ਸੋਚਾਂਗੇ। ਇਹ ਹੁਣ ਭਿੱਖਬਾਣੀ ਜਿਹੜੀ 9 ਨਵੰਬਰ ਨੂੰ ਇਲੈਕਸ਼ਨ ਹੈਗੀ ਹੈ, ਸ਼ਾਮ ਤੱਕ ਤੁਹਾਨੂੰ ਪਤਾ ਲੱਗ ਜਾਣਾ ਕਿ ਕੌਣ ਜਿੱਤਿਆ। ਮੇਰੇ ਖਿਆਲ 10 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਹਾਂ ਜਦੋਂ ਚੋਣਾਂ ਹੋਈਆਂ ਸੀ। ਬਹੁਤ ਟਾਈਮ ਬੀਤ ਚੁੱਕਾ ਹੈ। ਹਾਂ ਲੇਟ ਹੋਇਆ ਗਿਆ, ਇਹ 11 ਸਾਲ ਹੋ ਗਿਆ, 11 ਸਾਲ ਹੋ ਗਏ ਲੇਟ ਹੋਇਆ ਨਾ। ਔਰ ਦੇਖੋ, ਆਪਾਂ ਤਾਂ ਸਾਰੇ ਜਾਣਦੇ ਹਾਂ ਕਿ ਬਾਦਲ ਪਰਿਵਾਰ ਵੱਲੋਂ ਜਿਹੜਾ ਨਾਂ ਥਾਪਿਆ ਜਾਏਗਾ, ਉਹਨੇ ਗੱਦੀ ਤੇ ਬਹਿਣਾ ਉਹਨਾਂ ਤਾਂ ਕਹਿਤਾ, ਹੁਣ ਉਹਨਾਂ ਨੇ ਸੰਕੇਤ ਕਰਤਾ। ਬੀਬੀ ਵਾਲੀ ਗੱਲ ਤਾਂ ਠੀਕ ਹੈ ਵੀ ਲਿਫਾਫੇ 'ਚੋਂ ਨਾ ਨਿਕਲੂਗਾ, ਹੁਣ ਲਿਫਾਫੇ 'ਚੋਂ ਨਹੀਂ, ਟਵੀਟ 'ਤੇ ਨਿਕਲਿਆ। ਹੁਣ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਹਿਤਾ ਕਿ ਜਿਹੜਾ ਸੁਖਬੀਰ ਬਾਦਲ ਨੇ ਅਨਾਉਂਸ ਕਰ ਦਿੱਤਾ ਕਿ ਇਸ ਵੇਲੇ ਰਜਾਮੰਦੀ ਨਾਲ, ਉਹਨਾਂ ਕਹਿੰਦਾ ਨਾ ਸੀਨੀਅਰ ਜਿਹੜੇ ਮੈਂਬਰ ਨੇ, ਜਿਹੜੇ ਸਾਡੇ ਕਰਤਾ ਧਰਤਾ ਲੋਕ ਨੇ, ਉਹਨਾਂ ਦੀ ਸਲਾਹ ਨਾਲ ਇਹ ਅਨਾਉਂਸ ਕਰ ਦਿੱਤਾ ਕਿ ਅਗਲੇ ਆਉਣ ਵਾਲੇ ਪ੍ਰਧਾਨ SGPC ਦੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਹੋਣਗੇ। ਗੱਲ ਇਹ ਹੈ ਨਾ, ਤੁਸੀਂ ਇੱਕ ਗੱਲ ਕਹੀ ਕਿ ਹੋਰ ਕੋਈ ਕਾਬਿਲ ਬੰਦਾ ਨਹੀਂ। ਦੇਖੋ, ਕਾਬਿਲ ਬੰਦਾ ਬੇਸ਼ੱਕ ਹੋਵੇ, ਪਰ ਉਹਨਾਂ ਨੂੰ ਕਿਹੜਾ ਬੰਦਾ ਸੂਟ ਕਰਦਾ? ਜਿਹੜੇ ਬੰਦੇ ਉੱਪਰ ਮੌਤਬਰ ਹੈਗੇ ਨੇ, ਜਿਹੜੇ ਪਾਵਰਫੁਲ ਬੰਦੇ ਨੇ ਨਾ, ਇਲੀਟ ਜੋ ਉੱਤੇ ਬੈਠੀ ਹੈ, ਉਹਨਾਂ ਨੂੰ ਕਿਹੜਾ ਬੰਦਾ ਸੂਟ ਕਰਦਾ? ਉਹਨਾਂ ਨੇ ਉਹੀ ਚੁਣਨਾ ਨਾ। ਬਾਕੀ ਕਾਬਿਲ ਬੰਦੇ ਹੋਣਗੇ, ਉਹਨਾਂ ਤੋਂ ਕੀ ਲੈਣਾ ਦੇਣਾ? ਜਿਹੜਾ ਬੰਦਾ ਸਾਡੇ ਨਾਲ ਮਿਲ ਕੇ ਤੁਰਦਾ, ਸਾਡੇ ਨਾਲ ਕੰਮ ਕਰਦਾ, ਸਾਡੇ ਕੰਮ ਕਰਦਾ, ਸਾਡੇ ਮੁਤਾਬਿਕ ਤੁਰਦਾ, ਕਿਉਂ ਨਾ ਉਹਨੂੰ ਹੀ ਥਾਪਿਆ ਜਾਵੇ? ਚੱਲਦਾ ਪਿਆ, ਸਮੂਥਲੀ ਚੱਲਣ ਦਿਓ, ਕਿਉਂਕਿ ਉਹਦੇ ਥਰੂ ਬਾਕੀ ਵੀ ਸਾਰੀਆਂ ਨੂੰ ਕਿੱਦਾਂ ਕੰਟਰੋਲ ਕਰਨਾ ਜਾਂ ਬਾਕੀ ਦੀ ਰਾਜਨੀਤੀ ਕਿਵੇਂ ਖੇਡਣੀ ਹੈ, ਅਸੀਂ ਸਾਰੇ ਜਾਣਦੇ ਹਾਂ। ਕਿਉਂਕਿ ਅੱਜ ਧਰਮ ਦੇ ਵਿੱਚ ਰਾਜਨੀਤੀ ਦਾ ਦਖਲ ਹੈ, ਅਸੀਂ ਸਾਰੇ ਜਾਣਦੇ ਹਾਂ। ਹੈ ਹੀ ਹੈ, ਹੁਣ ਹੈ ਲਾਜ਼ਮੀ, ਅੱਜ ਤਾਂ ਨਹੀਂ, ਬਹੁਤ ਦੇਰ ਤੋਂ ਇਸੇ ਤਰ੍ਹਾਂ ਦਾ ਰਿਹਾ ਵਾ।
ਇਸੇ ਤਰ੍ਹਾਂ ਹੀ ਆ ਧਰਮ ਦੇ ਨਾਲ ਜੇ ਰਾਜ ਦੇ ਲੋਕ ਚੱਲਦੇ ਆ ਜਾਂ ਦੂਰ ਰਹਿੰਦੇ ਆ, ਪਰ ਸਿਆਸਤ ਜਿਹੜੀ ਆ ਉਹ ਇਸ ਤੋਂ ਨਿਖੜਦੀ ਨਹੀਂ। ਗੱਲ ਇਹ ਹੈ ਨਾ ਕਿ ਸਭ ਨੂੰ ਪਤਾ ਸੱਚਾਈ ਕੀ ਹੈ, ਸੱਚ ਸਾਡੇ ਸਾਹਮਣੇ ਪਿਆ, ਬਿਲਕੁਲ ਨੰਗਾ ਪਿਆ ਸੱਚ, ਫਿਰ ਵੀ ਕੋਈ ਕੁਝ ਨਹੀਂ ਕਹਿ ਸਕਦਾ। ਠੀਕ ਹੈ ਨਾ ਚੱਲ ਰਿਹਾ ਸਭ ਕੁਝ, ਚਲੋ ਜੀ ਅੱਗੇ ਚਲੋ ਆਪਾਂ ਵੀ ਚੱਲਦੇ ਹਾਂ ਅੱਗੇ। ਲਓ ਜੀ ਬਲਕਾਰ ਜੀ ਅੱਗੇ ਵਧਦੇ ਹਾਂ, ਆਪਾਂ ਅੱਗੇ ਚੱਲਦੇ ਹਾਂ। ਹਾਂ ਸੋ ਸਿੱਧੂ ਮੂਸੇਵਾਲਾ ਜੀ, ਉਹਨਾਂ ਦੇ ਕਤਲ ਨੂੰ 5 ਮਹੀਨੇ ਹੋ ਚੁੱਕੇ ਨੇ, ਏਜੰਸੀਆਂ ਕੰਮ ਕਰਦੀਆਂ ਪਈਆਂ ਨੇ, ਹਾਂ ਤੇ ਹੁਣ ਜਿਹੜੇ ਦੋ ਗਾਇਕ ਨੇ ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ, NIA ਉਹਨਾਂ ਕੋਲੋਂ ਵੀ ਪੁੱਛ ਪੜਤਾਲ ਕਰ ਰਹੀ ਆ ਕਿ ਉੱਥੋਂ ਵੀ ਕੋਈ ਖੋਰਾ ਖੋਜ ਲੱਭੇ, ਸਟੋਰੀ ਅੱਗੇ ਵਧੇ, ਕਿਉਂਕਿ ਬਹੁਤ ਕੁਝ ਹੋ ਗਿਆ, ਬਹੁਤ ਖਿੱਲਰ ਗਿਆ, ਕੰਪਲੈਕਸ ਜਿਹਾ ਹੋਈ ਜਾਂਦਾ ਸਾਰਾ ਸਿਸਟਮ, ਪਤਾ ਨਹੀਂ ਲੱਗਦਾ ਪਿਆ ਸਟੋਰੀ ਕਿੱਧਰ ਨੂੰ ਜਾਂਦੀ ਪਈ ਹੈ। ਹੁਣ ਇਹ ਦੋਨੇ ਗਾਇਕ ਆ, ਇਹਨਾਂ ਨੂੰ ਇਸ ਮਸਲੇ 'ਚ ਬੁਲਾਇਆ NIA ਨੇ, ਉਹਨਾਂ ਨੇ ਇਸ ਕਰਕੇ ਬੁਲਾਇਆ ਕਿ ਜਿਹੜੀ ਜਾਂਚ ਏਜੰਸੀ ਹੈ ਕਿ ਇਹਨਾਂ ਦੇ ਉੱਤੇ ਵੀ ਸ਼ੱਕ ਕੀਤਾ ਗਿਆ, ਔਰ ਇਹਨਾਂ ਦਾ ਨਾਂ ਜਿਹੜਾ ਲਾਰੈਂਸ ਬਿਸ਼ਨੋਈ ਆ ਉਹਦੇ ਵਿੱਚ ਆਉਂਦਾ ਰਿਹਾ, ਔਰ ਦੂਸਰੇ ਪਾਸੇ ਇਹਨਾਂ ਨੂੰ ਵੀ ਧਮਕੀਆਂ ਆਈਆਂ, ਜਿਹੜਾ ਬਬੀਹਾ ਗਰੁੱਪ ਉਸ ਪਾਸਿਓਂ। ਫਿਰ ਜਿਹੜੀ ਏਜੰਸੀ ਆ ਉਹਨੇ ਇਹਨਾਂ ਦੇ ਪੁੱਛ ਪੜਤਾਲ ਕੀਤੀ ਆ, 2 ਘੰਟੇ ਇਹਨਾਂ ਨੂੰ ਪੁੱਛਿਆ ਗਿਆ, ਔਰ ਦੁਬਾਰਾ ਹੈੱਡਕੁਆਟਰ ਫਿਰ ਬੁਲਾਉਣ ਦਾ ਇਹਨਾਂ ਨਾਲ ਗੱਲ ਕੀਤੀ ਹੈ। ਔਰ ਇਹਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਨੇ ਵੀ ਇਹਨਾਂ ਨੂੰ ਦੱਸਿਆ ਸੀ, ਬਲਕੌਰ ਸਿੰਘ ਸਿੱਧੂ ਜਿਹੜੇ ਸਿੱਧੂ ਮੂਸੇਵਾਲਾ ਦੇ ਫਾਦਰ ਨੇ, ਪਹਿਲਾਂ ਤਾਂ ਉਹਨਾਂ ਨੇ ਇਸ ਕਰਕੇ ਜਿਹੜੀ ਧਮਕੀ ਦਿੱਤੀ ਸੀ ਕਿ ਮੈਂ ਚਲੇ ਜਾਣਾ, ਜਿਹਦੇ ਵਿੱਚ ਵੀ ਮੈਂ ਪੰਜਾਬ ਛੱਡ ਜੂੰਗਾ, ਮੈਨੂੰ ਔਖਾ ਨਾ ਕਰੋ, ਮੇਰਾ ਬੱਚੇ ਦਾ ਕਤਲ ਹੋ ਗਿਆ, ਤੁਸੀਂ ਅਜੇ ਤੱਕ ਕਿਸੇ ਸਿੱਟੇ 'ਤੇ ਨਹੀਂ ਪਹੁੰਚੇ, 5-6 ਮਹੀਨੇ ਹੋ ਗਏ ਤਾਂ ਤੁਸੀਂ ਕੁਝ ਦੱਸਿਆ ਨਹੀਂਗਾ। ਫਿਰ ਇਹ ਏਜੰਸੀ ਜਿਹੜੀ ਹੈ ਨੈਸ਼ਨਲ ਏਜੰਸੀ ਹੈ, ਇਹਨੇ ਆ ਕੇ ਦੁਬਾਰਾ ਪੁੱਛ ਪੜਤਾਲ ਲਈ ਇਹ 2 ਮੁੰਡਿਆਂ ਨੂੰ ਨਾਮਜ਼ਦ ਕੀਤਾ, ਔਰ ਮਨਕੀਰਤ ਔਲਖ ਦਾ ਤਾਂ ਪਹਿਲਾਂ ਵੀ ਨਾਂ ਇਹਦੇ ਵਿੱਚ ਆ ਰਿਹਾ ਸੀਗਾ, ਫਿਰ ਜਿਹੜਾ ਦਿਲਪ੍ਰੀਤ ਢਿੱਲੋਂ ਆ ਉਹ ਹੁਣ ਦੂਜਾ ਨਾਂ ਵਿੱਚ ਆ ਗਿਆ। ਇਹਦੇ ਵਿੱਚ ਹੁਣ ਦੇਖੋ ਕੀ ਲੱਭਦਾ। ਅਫਸਾਨਾ ਖਾਨ ਜਿਹੜੀ ਪਹਿਲੋਂ ਉਹਨਾਂ ਨੂੰ ਪੁੱਛ ਪੜਤਾਲ ਹੋਈ ਹੈ, ਇਸ ਏਜੰਸੀ ਨੇ ਦਿੱਲੀ ਬੁਲਾਇਆ ਸੀਗਾ, ਇਹਨਾਂ ਤੋਂ ਪੁੱਛ ਪੜਤਾਲ ਕੀਤੀ ਹੈ, ਉਹਨੇ ਬਾਕਾਇਦਾ ਉਹਦੇ ਨਾਲ ਗਾਇਆ, ਔਰ ਦੁਗਾਣਾ ਉਹਨਾਂ ਨਾਲ ਗੀਤ ਗਾਏ ਆ ਸਿੱਧੂ ਨਾਲ, ਔਰ ਉਹਦਾ ਕਰਕੇ ਵੀ ਉਹਨਾਂ ਨੂੰ ਪੁੱਛਿਆ ਗਿਆ ਬਹੁਤ ਕੁਛ। ਹੁਣ ਵਾਰੀ-ਵਾਰੀ ਜਿਹੜੇ ਸਿੰਗਰ ਨੇ ਉਹਨਾਂ 'ਤੇ ਇਹ ਗੱਜ ਡਿੱਗ ਰਹੀ ਹੈ, ਕਿਉਂਕਿ ਉਹ ਬਿਲਕੁਲ ਨੇੜੇ ਰਹੇ ਉਹਦੇ ਸਿੱਧੂ ਦੇ, ਔਰ ਸਿੱਧੂ ਮੂਸੇਵਾਲੇ ਦੇ ਨਾਲ ਜਿਹੜੇ ਖਾਸ ਤੌਰ 'ਤੇ ਜ਼ਿਆਦਾ ਟਾਈਮ ਗੁਜ਼ਾਰਦੇ ਰਹੇ ਆ, ਉਹਨਾਂ ਦੇ ਇਸ ਵੇਲੇ ਸ਼ੱਕ ਦੀ ਨਿਗਾਹ ਇਹ ਜਿਹੜੀ NIA ਏਜੰਸੀ ਆ ਉਹਦੀ ਹੈਗੀ ਆ, ਔਰ ਉਹ ਇਹਦੇ ਵਿੱਚ ਹੁਣ ਜੋ ਪੁੱਛ ਪੜਤਾਲ ਕੀਤੀ ਹੈ ਉਹਦੇ 'ਤੇ ਇਹਨਾਂ ਨੇ ਫਿਰ ਪੈਰਵਾਈ ਕਰਨਗੇ ਕਿ ਕੀ ਇਹਨਾਂ ਦੱਸਿਆ, ਔਰ ਕਿਤੇ 'ਤੇ ਸ਼ੱਕ ਆ, ਕਿਹਨੇ 'ਤੇ ਅੱਗੇ ਨਾਂ ਲਏ ਆ। ਉਹਨਾਂ 2 ਏਜੰਸੀਆਂ ਨੇ ਇਹਨਾਂ ਦੇ ਨਾਂ ਲਏ ਆ, ਜਿਹਦੇ 'ਚ ਬਬੀਹਾ ਗਰੁੱਪ ਤੇ ਉਹ 'ਚ ਲਾਰੈਂਸ ਬਿਸ਼ਨੋਈ ਦਾ ਨਾਂ ਆਉਂਦਾ ਰਿਹਾ, ਤੇ ਇਸ ਵੇਲੇ ਮਾਮਲਾ ਸੰਗੀਨ ਹੀ ਹੈ, ਕੋਈ ਕਿਸੇ ਪਾਸੇ ਨਹੀਂ ਲੱਗ ਸਕਿਆ, ਤੇ ਉਹਦੇ ਕਰਕੇ ਉਹਦੇ ਮਦਰ ਫਾਦਰ ਦੋਵੇਂ ਵਿਚਾਰੇ ਬਹੁਤ ਨਾਰਾਜ਼ ਨੇ, ਗੁੱਸੇ 'ਚ ਵੀ ਆ ਕਿ ਸਾਡਾ ਪੁੱਤਰ ਤੁਰ ਗਿਆ ਇਸ ਦੁਨੀਆ ਤੋਂ, ਪਰ ਸਾਨੂੰ ਕੋਈ ਇਹਦਾ ਸਿੱਟਾ ਨਹੀਂ ਮਿਲਿਆ। ਬਿਲਕੁਲ ਜੀ, ਵਿਦੇਸ਼ ਜਾਣਾ ਚਾਹੁੰਦੇ ਨੇ ਕਿ ਅਸੀਂ ਛੱਡ ਜਾਵਾਂਗੇ, ਔਰ 25 ਨਵੰਬਰ ਤੱਕ ਸਾਨੂੰ ਨਾ ਕੋਈ ਇਨਸਾਫ ਮਿਲਿਆ, ਅਲਟੀਮੇਟਮ ਦੇ ਦਿੱਤਾ, ਅਸੀਂ FIR ਵਾਪਸ ਲੈ ਲਾਂਗੇ ਤੇ ਦੇਸ਼ ਛੱਡ ਜਾਾਂਗੇ। ਬਹੁਤ ਵੱਡੀ ਗੱਲ ਹੈ ਜੋ ਇਹ ਕਰ ਰਹੇ ਨੇ, ਕਿਉਂਕਿ ਏਜੰਸੀਆਂ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਪਿਆ ਕਿ ਇੰਨੀ ਦੇਰ ਹੋ ਗਈ, ਤੁਸੀਂ ਚਲੋ ਉਹ ਵੀ ਆਪਣੀ ਸਟੋਰੀ ਦਿੰਦੇ ਨੇ ਕਿ ਬਹੁਤ ਜ਼ਿਆਦਾ ਕੰਪਲੈਕਸ ਸਿਸਟਮ ਹੈ, ਪਰ ਇੱਧਰੋਂ ਗੈਂਗਸਟਰ ਵੀ ਭੱਜ ਜਾਂਦੇ ਨੇ, ਟੀਨੂ ਵਰਗੇ ਉਹਨਾਂ ਦੇ ਕਬਜ਼ੇ ਵਿੱਚੋਂ, ਤੇ ਫਿਰ ਮੁੜ ਤੋਂ ਫੜੇ ਵੀ ਜਾਂਦੇ ਨੇ। ਸੋ ਇਹ ਸਭ ਚੱਲੀ ਜਾਂਦਾ, ਦੇਖੋ ਕੀ ਡਿਵੈਲਪਮੈਂਟਸ ਹੁੰਦੀਆਂ ਨੇ। ਅੱਗੇ ਚੱਲਦੇ ਆਪਾਂ। ਅਗਲੀ ਗੱਲ ਇਹ ਹੈ ਕਿ ਦਿੱਲੀ ਸਰਕਾਰ ਨੇ ਹਵਾ ਦੀ ਗੁਣਵੱਤਾ ਜਿਹੜੀ ਹੈ ਮਾਪੀ ਹੈ, ਕੁਆਲਿਟੀ ਆਫ 에ਅਰ ਕੀ ਹੈਗੀ, ਜਿਹਦੇ 'ਚ ਅਸੀਂ ਸਾਹ ਲੈਂਦੇ ਹਾਂ, ਜ਼ਹਿਰੀਲੀ ਹੋ ਚੁੱਕੀ ਹੈ, ਪਰਾਲੀ ਦੀ ਗੱਲ ਹੁੰਦੀ ਹੈ, ਪ੍ਰਦੂਸ਼ਣ ਦੀ ਗੱਲ ਹੁੰਦੀ ਹੈ, ਸਮੌਗ ਦੀ ਗੱਲ ਹੁੰਦੀ ਆ। ਤੇ ਹੁਣ ਕੀ ਫੈਸਲਾ ਹੋਇਆ ਕਿ ਮੌਕੇ ਦੇ ਉੱਤੇ ਜਿਹੜਾ ਫੈਸਲਾ ਲਿੱਤਾ ਗਿਆ ਕਿ ਫਿਲਹਾਲ ਰੋਕ ਲਗਾ ਦਿਓ, ਜਿਹੜੀਆਂ ਡੀਜ਼ਲ ਨਾਲ ਗੱਡੀਆਂ ਚੱਲਦੀਆਂ ਨੇ ਉਹ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਹੁਣ ਇਸ ਹਿਸਾਬ ਨਾਲ ਤਾਂ ਦੇਖਿਆ ਜਾਵੇ ਜਿਹੜੀ ਸਾਰੀ ਟਰਾਂਸਪੋਰਟ ਹੈ, ਬੱਸਾਂ ਨੇ ਸਰਕਾਰੀ ਸਾਰੀਆਂ ਡੀਜ਼ਲ 'ਤੇ ਨੇ, ਆਟੋਜ਼ ਵੀ ਡੀਜ਼ਲ 'ਤੇ ਨੇ, ਜਿਹੜੇ ਆਟੋ ਨਹੀਂ ਹੈਗੇ, ਫਿਰ ਮੋਸਟਲੀ ਕਾਰਸ ਵੀ ਡੀਜ਼ਲ 'ਤੇ ਨੇ, ਮੋਟਰ ਬਾਈਕਸ ਤਾਂ ਸ਼ਾਇਦ ਨਹੀਂ ਹੈਗੀਆਂ ਕਿਉਂਕਿ ਉਹ ਤਾਂ ਪੈਟਰੋਲ ਹੀ ਹੈ ਮੋਸਟਲੀ, ਪਰ ਕਾਰਸ ਵੀ ਡੀਜ਼ਲ 'ਤੇ ਨੇ। ਹੁਣ ਸਭ ਕੁਝ ਹੀ ਬੰਦ ਹੋ ਜਾਏਗਾ। ਅਸਲ 'ਚ ਦਿੱਲੀ ਦਾ ਇਲਾਕਾ ਥੋੜ੍ਹਾ ਛੋਟਾ, ਕੰਜਸਟਡ ਵੀ ਆ, ਵਹੀਕਲ ਬਹੁਤ ਜ਼ਿਆਦੀਆਂ, ਵਪਾਰੀ ਲੋਕ ਬਹੁਤ ਉੱਥੇ, ਬਿਜ਼ਨਸ ਬਹੁਤ ਵੱਡਾ, ਗੱਡੀਆਂ ਚੱਲਦੀਆਂ। ਪਹਿਲੀ ਵਾਰ ਪਿਛਲੀ ਸਰਕਾਰ ਨੇ ਇਨ ਆਊਟ ਜਿਹੜੇ ਨੰਬਰ ਸੀਗੇ ਉਹਨਾਂ 'ਤੇ ਵੀ ਔਡ ਈਵਨ 'ਤੇ ਲਾਏ ਸੀਗੇ ਕਿ ਉਹ ਨੰਬਰ ਨਾ ਇੱਕ ਦਿਨ ਚੱਲਣਗੇ, ਦੂਜੇ ਦਿਨ ਨਹੀਂ ਚੱਲਣਗੇ। ਉਹ ਰੋਕ ਲਾ ਕੇ ਹੁਣ ਇਸ ਵੇਲੇ ਜੋ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੱਸਤਾ ਕਿ ਇਹਦਾ ਜ਼ਹਿਰੀਲੀ ਗੈਸ ਆ, ਇਹਦਾ ਉੱਤਰੀ ਭਾਰਤ ਸਾਰਾ ਇਹ 'ਚ ਵੜਿਆ ਗਿਆ, ਖਾਸ ਕਰਕੇ ਦਿੱਲੀ ਦਾ ਇਹ ਨਾਂ ਜ਼ਿਆਦਾ ਆ ਗਿਆ। ਹੁਣ ਇਹਨਾਂ ਨੇ CNG ਗੈਸ 'ਤੇ ਚੱਲਣ ਵਾਲੀਆਂ ਗੱਡੀਆਂ ਜਿਹੜੀਆਂ ਉਹ, ਜਾਂ ਪੈਟਰੋਲ 'ਤੇ ਗੱਡੀਆਂ ਚੱਲਣ ਵਾਲੀਆਂ ਵਹੀਕਲ ਉਹ ਹੈਗੀਆਂ, ਉਹਨਾਂ ਰੱਖੀਆਂ, ਤਾਂ ਜਿਹੜੀਆਂ ਇਹ ਡੀਜ਼ਲ ਨਾਲ ਚੱਲਦੀਆਂ ਸੀ ਇਹਦਾ ਧੂੰਆਂ ਜ਼ਿਆਦਾ ਹੁੰਦਾ, ਜ਼ਹਿਰੀਲਾ ਧੂੰਆਂ ਗਾ, ਉਹ ਉਹਨਾਂ ਨੇ ਰੋਕ ਦਿੱਤੀਆਂ। ਹੋ ਸਕਦਾ ਕਿਤੇ ਪੰਜਾਬ 'ਤੇ ਵੀ ਇਹ ਗੱਜ ਨਾ ਡਿੱਗੇ, ਕਿਉਂਕਿ ਪੰਜਾਬ 'ਚ ਵੀ ਜਿਹੜਾ ਪ੍ਰਦੂਸ਼ਣ ਜ਼ਿਆਦਾ ਹੋ ਰਿਹਾ ਪਰਾਲੀ ਕਰਕੇ ਹੋ ਰਿਹਾ, ਕਿਉਂਕਿ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਹੈ ਤਾਂ ਥੋੜ੍ਹਾ ਜਿਹਾ ਚੱਲ ਰਹੀ ਹੈ, ਪਰਾਲੀ ਨਾ ਸਾੜਨ ਤੋਂ ਰੋਕ ਰਹੀ ਆ, ਤਾਂ ਉਹਨਾਂ ਨੂੰ ਸਹੂਲਤਾਂ ਵੀ ਦੇ ਰਹੀ ਆ ਕਿਸਾਨਾਂ ਨੂੰ। ਪਰ ਇਸ ਵੇਲੇ ਝੋਨੇ ਦੀ ਕਟਾਈ ਜਿਹੜੀ ਆ ਪੂਰੇ ਜ਼ੋਰਾਂ 'ਤੇ ਆ, ਕਿਸਾਨ ਕਰਨ ਵੀ ਕੀ ਵਿਚਾਰੇ, ਕਿੱਥੇ ਲੈ ਕੇ ਜਾਣਗੇ ਪਰਾਲੀ।
ਪਰ ਜਿੱਥੇ ਸਰਕਾਰਾਂ ਦਾ ਅਸਰ ਸੂਗ ਬਣਦਾ, ਉਹਨਾਂ ਨੂੰ ਚਾਹੀਦਾ ਕਿ ਇਹਦੇ 'ਤੇ ਇੰਡਸਟਰੀ ਇੱਦਾਂ ਦੀ ਲਾਉਣ ਜਿਸ 'ਚ ਪਰਾਲੀ ਦੀ ਵਰਤੋਂ ਹੋ ਸਕੇ, ਉਹਦੇ 'ਚ ਕਈ ਕੁਝ ਬਣ ਸਕਦਾ। ਕੀ ਨਹੀਂ ਬਣ ਸਕਦਾ? ਲੋਕ ਆਹ ਘਾਹ ਬੂਟੀ ਤੋਂ ਇੰਨਾ ਕੁਝ ਬਣਾ ਦਿੰਦੇ ਆ, ਇੱਥੋਂ ਕਿਉਂ ਨਹੀਂ? ਜਿਹਦੇ 'ਚ ਗੱਤਾ ਬਣ ਸਕਦਾ, ਕਾਗਜ਼ ਬਣ ਜਾਂਦਾ ਵਾ, ਹੋਰ ਚੀਜ਼ਾਂ ਬਣ ਜਾਂਦੀਆਂ। ਇਸ ਪਾਸੇ ਨਹੀਂ ਆਏ। ਉਹਨਾਂ ਨੂੰ ਕਹਿੰਦੇ ਆ ਵਾਹ ਦਿਓ ਜਾਂ ਅੱਗ ਲਾ ਦਿਓ। ਜਦੋਂ ਅੱਗ ਲਾਉਣਗੇ ਧੂੰਆਂ ਆਊਗਾ। ਵਾਹੁਣ ਨਾਲ ਕਿਸਾਨ ਅਜੇ ਨਹੀਂ ਲਾ ਰਹੇ। ਕੰਪੋਜ਼ਿਟ ਖਾਦ ਬਣ ਜਾਂਦੀ ਇਹਦੀ, ਇਹਨੂੰ ਮਿੱਟੀ ਉੱਤੇ ਪਾ ਕੇ ਜਦੋਂ ਰੱਖੋ ਤੇ ਗਲ ਕੇ ਮਿੱਟੀ ਬਣ ਜਾਂਦੀ ਇਹਦੀ। ਔਰ ਦੂਜੀ ਗੱਲ ਇਹ ਤੇ ਮਸ਼ਰੂਮ ਜਿਹੜੀ ਹੈ ਨਾ, ਖੁੰਬਾਂ ਬਹੁਤ ਵਧੀਆ ਹੁੰਦੀਆਂ। ਪੰਜਾਬ ਖੇਤੀਬਾੜੀ ਦੇ ਮਾਹਰ ਜਿਹੜੇ ਉਹਨਾਂ ਨੂੰ ਲੈ ਕੇ ਜਿਹੜੀਆਂ ਬਰੀਡਰ ਨੇ, ਉਹਨਾਂ ਨੂੰ ਚਾਹੀਦਾ ਕਿ ਇਹ 'ਤੇ ਜਿਹੜੀਆਂ ਖਾਸ ਤੌਰ 'ਤੇ ਖੁੰਬਾਂ ਉਗਾਈਆਂ ਜਾਂਦੀਆਂ, ਉਹਨਾਂ ਨੂੰ ਸੀਡ ਦੇਣ। ਕਣਕ ਦੇ ਦਾਣੇ ਤੋਂ ਬਣਦਾ ਸੀਡ, ਔਰ ਕੋਈ ਬਹੁਤਾ ਮਹਿੰਗਾ ਨਹੀਂ ਗਾ, ਤੇ ਬੈੱਡ ਬਣਦੇ। ਪਰ ਇਹ ਪਤਾ ਨਹੀਂ ਸਲਾਹ ਨਹੀਂ ਲੈਂਦੇ ਇਹਨਾਂ ਕੋਈ ਕਿਹੜੇ ਸਲਾਹਕਾਰ ਹੈਗੇ ਆ। ਇਹ ਤਾਂ ਪੰਜਾਬ ਦੀ ਗੱਲ ਕਰ ਰਹੇ। ਪਰ ਜਿਹੜੀ ਹੁਣ ਉੱਥੇ ਗੱਡੀਆਂ ਨਹੀਂ ਚੱਲਣਗੀਆਂ, ਡੀਜ਼ਲ ਦੀਆਂ ਗੱਡੀਆਂ ਬਹੁਤ ਸਸਤੀਆਂ ਹੋ ਜਾਣਗੀਆਂ। ਪੰਜਾਬ 'ਚੋਂ ਲੋਕ ਜਾਣਗੇ, ਖਰੀਦਣਗੇ, ਲਿਆਉਣਗੇ, ਕਿਉਂਕਿ ਉਹ ਖਰੀਦੀਆਂ ਅੱਧੇ ਰੇਟ 'ਤੇ ਮਿਲ ਜਾਣੀਆਂ। ਫਿਰ ਬਿਜ਼ਨਸ ਕਰਨਗੇ ਇੱਥੇ। ਫਿਰ ਪੰਜਾਬ 'ਚ ਹੀ ਧੂੰਆਂ ਰੋਲੀ ਅੱਗੇ ਪਹਿਲੋਂ ਹੈਗੀ ਆ। ਪਰ ਦਿੱਲੀ ਤੇ ਆਪਣੇ ਤੋਂ ਬਚਣ ਲਈ ਉਹਨਾਂ ਨੇ ਇੱਕ ਪ੍ਰੀਕਾਸ਼ਨ ਲੈ ਲਿਆ, ਉਹਨਾਂ ਨੇ ਜਿਹੜੀ ਸਾਵਧਾਨੀ ਵਰਤ ਲਈ ਹੈ। ਪਰ ਪੰਜਾਬ ਨੇ ਅਜੇ ਕੁਝ ਨਹੀਂ ਕੀਤਾ। ਸੀਐਮ ਮਾਨ ਇਹੀ ਗੱਲ ਕਹਿੰਦੇ ਨੇ ਕਿ ਜਾਂ ਦਿੱਲੀ ਦੀ ਗੱਲ ਹੁੰਦੀ ਹੈ ਜਾਂ ਪੰਜਾਬ ਦੀ ਗੱਲ ਹੁੰਦੀ ਹੈ, ਬਾਕੀ ਸਟੇਟਾਂ ਦੀ ਕੋਈ ਗੱਲ ਨਹੀਂ, ਬਾਕੀ ਸੂਬਿਆਂ ਦੀ ਕੋਈ ਗੱਲ ਨਹੀਂ। ਉੱਥੇ ਪੋਲਿਊਸ਼ਨ ਨਹੀਂ ਹੈਗਾ। ਜਦੋਂ ਕੇਂਦਰ ਸਰਕਾਰ ਗੱਲ ਕਰੂਗੀ, ਦਿੱਲੀ ਦੀ ਗੱਲ ਕਰੂਗੀ ਤੇ ਜਾਂ ਗੱਲ ਕਰੂਗੀ ਪੰਜਾਬ। ਬਿਲਕੁਲ, ਇਹ ਤੇ ਉਹਨਾਂ ਦਾ ਹੈ ਨਾ, ਰਾਜਨੀਤੀ ਹੈ, ਨਿਸ਼ਾਨਾ ਇੱਥੇ ਆ। ਔਰ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਤੀਰ ਇੱਧਰ ਚੱਲਦਾ, ਤੀਰ ਇੱਧਰ ਹੀ ਚੱਲਦਾ। ਪੰਜਾਬ ਦੇ ਕਿਸਾਨਾਂ ਦੇ ਉੱਤੇ ਖਾਸ ਨਜ਼ਰ ਹੈ। ਜਦੋਂ ਕਹਿਣਗੇ ਇੱਥੋਂ ਅੰਨਦਾਤਾ ਕਹਿ ਕੇ ਚੌਲ ਵੀ ਲੈ ਲੈਣਗੇ, ਬਾਕੀ ਕਣਕਾਂ ਵੀ ਲੈ ਲੈਣਗੇ, ਬਾਕੀ ਫਸਲਾਂ ਵੀ ਲੈ ਲੈਣਗੇ। ਫਿਰ ਬਾਅਦ ਚਿੱਠੀ ਉੱਤੋਂ ਆਏਗੀ ਕਿੰਨਿਆਂ ਦੇ ਖਿਲਾਫ ਤੁਸੀਂ ਕੇਸ ਦਰਜ ਕੀਤੇ ਨੇ। ਹੁਣ ਦੱਸੋ, ਪੰਜਾਬ ਦੇ ਕਿਸਾਨ ਅਪਰਾਧੀ ਨੇ, ਉਹਨਾਂ ਦੇ ਖਿਲਾਫ ਕਿੰਨੇ ਕੇਸ ਦਰਜ ਕੀਤੇ ਨੇ। ਤੰਗ ਕਰ ਰਹੇ ਨਾ। ਔਰ ਪਰਾਲੀ ਦੇ ਲਈ ਕੋਈ ਪੈਸਾ ਨਹੀਂ। ਇਹਨਾਂ ਵੱਲੋਂ ਕਈ ਸੁਝਾਅ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ, ਕੇਂਦਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ, ਕੋਈ ਪੈਸਾ ਅਲਾਟ ਨਹੀਂ ਕੀਤਾ। ਹੁਣ ਦੱਸੋ, ਇੱਕੋ ਹੀ ਗੱਲ ਨੂੰ ਤੁਸੀਂ ਕਹੀ ਜਾਓ ਕਿ ਕਿੱਦਾਂ ਠੀਕ ਕਰੋਗੇ, ਕਿੱਦਾਂ ਠੀਕ ਕਰੋਗੇ। ਉਹ ਠੀਕ ਕਰਨ ਵਾਸਤੇ ਕੋਈ ਹੱਲ ਵੀ ਤਾਂ ਚਾਹੀਦਾ। ਇਹ ਮਾਨ ਸਰਕਾਰ ਇਕੱਲੀ ਤਾਂ ਨਹੀਂ ਹੈਗੀ। ਹੁਣ ਇਹਨੂੰ ਪਹਿਲੀਆਂ ਸਰਕਾਰਾਂ ਦੇ ਵਿੱਚ, ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ, ਉਦੋਂ ਵੀ ਪਰਾਲੀ ਦਾ ਰੌਲਾ ਰਿਹਾ ਸਾਰੇ 5 ਸਾਲ। ਫਿਰ ਅਕਾਲੀ ਦਲ ਵੇਲੇ ਵੀ ਰਿਹਾ। ਪਰ ਕਿਹੜੀਆਂ ਸਰਕਾਰਾਂ ਨੇ ਨੈਸ਼ਨਲ ਇਸ਼ੂ ਬਣ ਗਏ। ਮਾਨ ਸਰਕਾਰ ਤਾਂ ਨਹੀਂ ਇਕੱਲੀ ਕਰ ਸਕਦੀ। ਪਰ ਫਿਰ ਵੀ ਇਹਨਾਂ ਨੇ ਇੱਕ ਮੁੱਦਾ ਬਣਾ ਕੇ ਕੇਂਦਰ ਕੋ ਮੰਗਿਆ ਪੈਸਾ ਵੀ ਅਸੀਂ ਵੀ ਦੇ ਰਹੇ ਹਾਂ, ਕੇਜਰੀਵਾਲ ਵੀ ਦੇ ਰਿਹਾ, ਔਰ ਬਾਕੀ ਰਾਜਾਂ ਨੂੰ ਇਹਨਾਂ ਇੱਕ ਮਾਨ ਨੇ ਕਹਿ ਦਿੱਤਾ ਕਿ ਬਾਕੀ ਜਿਹੜੇ ਰਾਜਾਂ ਦੇ ਲੋਕ ਨੇ, ਉੱਤਰੀ ਭਾਰਤ ਦੇ ਜਿੰਨੇ ਵੀ ਮੁੱਖ ਮੰਤਰੀ ਇਕੱਠੇ ਕਰੋ ਤੇ ਅਸੀਂ ਗੱਲਾਂ ਕਰਦੇ ਹਾਂ ਉਹਦੇ ਨਾਲ, ਤੇ ਇੱਕ ਬਹਿਸ ਕਰਕੇ ਉਹਦੇ 'ਤੇ ਮਸਲਾ ਤੈਅ ਕਰਕੇ ਤੇ ਪ੍ਰਧਾਨ ਮੰਤਰੀ ਨੂੰ ਦੱਸੀਏ ਵੀ ਆਹ ਗੱਲ ਹੈਗੀ ਹੈ। ਬਿਲਕੁਲ, ਇਹ ਜਿਹੜੇ ਮੁੱਦੇ ਹੁੰਦੇ ਨੇ ਨਾ, ਜਿਹੜੇ ਵਾਤਾਵਰਨ ਨਾਲ ਜੁੜੇ ਹੋਣ, ਕਿਸਾਨੀ ਨਾਲ ਜੁੜੇ ਹੋਣ, ਕਿਸਾਨ ਨੂੰ ਜ਼ਿਆਦਾ ਅਮੀਰ ਕਰਨਾ ਹੈ। ਜਿਵੇਂ ਤੁਸੀਂ ਕਹਿੰਦੇ ਸੀਗੇ ਕਿ ਆਮਦਨ ਦੁੱਗਣੀ ਕਰ ਦੇਣੀ ਹੈ ਕਿਸਾਨਾਂ ਦੀ, ਮਤਲਬ ਇਹ ਮੁੱਦੇ ਜਿਹੜੇ ਨੇ, ਇਹ ਸਰਕਾਰੀ ਇਸ਼ੂ ਜਿਹੜੇ ਨੇ, ਨੈਸ਼ਨਲ ਇਸ਼ੂ ਨੇ। ਇਹਦੇ ਉੱਤੇ ਰਾਜਨੀਤੀ ਨਹੀਂ ਖੇਡਣੀ ਚਾਹੀਦੀ, ਕਿਉਂਕਿ ਇਹ ਦੇਸ਼ ਦਾ ਭਵਿੱਖ ਹੈ। ਔਰ ਜੇ ਖੇਤੀਬਾੜੀ ਕਮਜ਼ੋਰ ਰਹਿ ਗਈ ਤਾਂ ਸਭ ਕੁਝ ਕਮਜ਼ੋਰ ਹੋ ਜਾਏਗਾ। ਕਿਉਂਕਿ ਇੰਡਸਟਰੀ ਵੀ ਕਰੋ, ਬਿਜ਼ਨਸ ਵੀ ਕਰੋ, ਉਹਦਾ ਆਧਾਰ ਖੇਤੀਬਾੜੀ ਹੈ, ਕਿਉਂਕਿ ਸਾਰਾ ਰॉ ਮਟੀਰੀਅਲ ਖੇਤੀ ਤੋਂ ਹੀ ਆਉਂਦਾ। ਔਰ ਬਾਕੀ ਰਿਹਾ ਸਲਾਹਕਾਰ ਜਿਹੜੀ ਤੁਸੀਂ ਗੱਲ ਕੀਤੀ ਹੈ, ਵੀ ਪਤਾ ਨਹੀਂ ਕੌਣ ਨੇ ਸਲਾਹਕਾਰ ਜਾਂ ਸਲਾਹਕਾਰਾਂ ਤੋਂ ਸਲਾਹ ਨਹੀਂ ਲੈਂਦੇ। ਇਹਦੇ ਬਾਰੇ ਕਿਹਾ ਜਾਂਦਾ ਕਿ ਐਨ ਐਡਵਾਈਜ਼ਰ ਕੈਨ ਮੇਕ ਯੂ ਔਰ ਬ੍ਰੇਕ ਯੂ। ਜੇ ਐਡਵਾਈਜ਼ਰ ਚੰਗਾ ਹੈ ਤਾਂ ਤੁਹਾਨੂੰ ਬਣਾ ਦੂਗਾ, ਤੇ ਚੰਗਾ ਨਹੀਂ ਹੈਗਾ ਐਡਵਾਈਜ਼ਰ ਤਾਂ ਤੁਹਾਨੂੰ ਡੁਬੋ ਦੇਗਾ। ਇਸ ਕਰਕੇ ਐਡਵਾਈਜ਼ਰ ਬੜਾ ਦੇਖਭਾਲ ਕੇ। ਮੱਕੀ ਬੀਜਦੇ ਤੇ ਮੱਕੀ ਦੇ ਜਿਹੜੀ ਰਹਿੰਦ ਖੂੰਹਦ ਹੈ, ਜਿਹਨੂੰ ਬਾਈ ਪ੍ਰੋਡਕਟ ਆਉਂਦੇ ਆ, ਟਾਂਡੇ ਖਾਧੇ ਜਾਂਦੇ, ਪਸ਼ੂਆਂ ਨੇ ਖਾਂਦੇ ਆ, ਪੱਠੇ ਬਣ ਜਾਂਦੇ ਆ। ਕਣਕ ਦਾ ਦੇਖ ਲਓ, ਜਿਹੜਾ ਨਾੜ ਹੁੰਦਾ ਉਹਦੀ ਤੂੜੀ ਬਣ ਜਾਂਦੀ ਹੈ। ਇਹਦਾ ਕਿਉਂ ਨਹੀਂ ਬਣਾਉਂਦੇ? ਕੁਝ ਪੱਠਿਆਂ 'ਚ ਵੀ ਵਰਤੀ ਜਾ ਸਕਦੀ, ਕਿਸੇ ਇੰਡਸਟਰੀ 'ਚ ਆ ਜੇ। ਕਿੰਨੇ ਲੋਕ ਸਿਆਣੇ ਬੈਠੇ ਆ। ਮਾਨ ਖੁਦ ਆਪ ਵੀ ਜੱਟਾਂ ਦਾ ਪੁੱਤਾਂ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਇਹਨੂੰ ਕਿਸ ਪਾਸੇ ਬਣਾਉਣਾ। ਪਰ ਇਹ ਹੁੰਦਾ ਕਿ ਜਦੋਂ ਐਡਵਾਈਜ਼ਰ ਉੱਥੇ ਦੂਜੇ ਬੈਠੇ ਹੁੰਦੇ, ਉਹ ਐਡਵਾਈਸ ਕੁਝ ਕਰ ਦਿੰਦੇ ਆ, ਸੋਚਦੇ ਕੋਈ ਆ। ਵੈਸੇ ਕੋਈ ਬਹੁਤਾ ਮਸਲਾ ਗੰਭੀਰ ਨਹੀਂ ਗਾ, ਇਹ ਵਧੀਆ ਹੋ ਸਕਦਾ। ਸਬਸਿਡੀ ਲਈ ਤਾਂ ਦੇ ਦਿੰਦੇ ਆ ਵੀ ਆਪ ਮਸ਼ੀਨਾਂ ਲਿਆਓ, ਹੈ ਨਾ, ਇੱਥੇ ਕੰਪੋਸਟ ਖਾਦ ਬਣਾ ਲਓ, ਕਈ ਚੀਜ਼ਾਂ ਬਣਾ ਲਓ। ਪਰ ਉਹ ਇਹ ਨਹੀਂ ਗੱਲ ਕਰਦੇ ਵੀ ਐਕਚੁਅਲ ਗੱਲ ਕੀ ਹੈ। ਐਕਚੁਅਲ ਗੱਲ ਇਹ ਹੈ ਕਿ ਜਿਹੜੀਆਂ ਪਾਲਿਸੀਆਂ ਬਣਨੀਆਂ ਚਾਹੀਦੀਆਂ ਨੇ ਨਾ ਐਗਰੀਕਲਚਰ ਦੀਆਂ, ਉਹ ਕਿਸਾਨਾਂ ਦੇ ਵਿੱਚ ਬਹਿ ਕੇ, ਖੇਤਾਂ 'ਚ ਬਹਿ ਕੇ, ਸੱਥ ਦੇ ਵਿੱਚ ਬਹਿ ਕੇ ਬਣਨੀਆਂ ਚਾਹੀਦੀਆਂ ਨੇ। ਇਹ ਨਹੀਂ ਕਿ 에ਅਰ ਕੰਡੀਸ਼ਨ ਕਮਰਿਆਂ 'ਚ ਬਹਿ ਕੇ ਤੁਸੀਂ ਖੇਤੀਬਾੜੀ ਦੀਆਂ ਪਾਲਿਸੀਆਂ ਬਣਾਓਗੇ, ਤੁਹਾਨੂੰ ਪਤਾ ਹੀ ਨਹੀਂ ਮਿੱਟੀ ਫੱਕਣਾ ਕੀ ਹੁੰਦਾ ਖੇਤਾਂ ਦੀ। ਉਹਦੇ 'ਚ ਕਿਸਾਨ ਜਿਹੜੇ ਆ ਆਪ ਖੁਦ ਜਿਹੜੇ ਗੱਲ ਡਿਸਾਈਡ ਕਰ ਸਕਦੇ, ਉਹਨਾਂ ਨੂੰ ਪਿੱਛੋਂ ਸੁਝਾਅ ਉਹਨਾਂ ਦੇ ਲਓ, ਸਾਇੰਟਿਸਟ ਬਿਠਾ ਦਿਓ ਨਾਲ, ਔਰ ਲੋਕ ਜਿਹੜੇ ਹੈਗੇ ਆ ਵਿੱਚ ਬੀਬੀਆਂ ਬਿਠਾਓ, ਦੁਨੀਆ ਸਾਰੀ ਬਿਠਾ। ਬਿਲਕੁਲ ਐਗਜ਼ੈਕਟਲੀ। ਕਿਸਾਨਾਂ ਨੂੰ ਕਹੋ ਕਿ ਤੁਸੀਂ ਆਪਣੀ ਸਮੱਸਿਆ ਆਪ ਕਿਵੇਂ ਹੱਲ ਕਰ ਸਕਦੇ ਹੋ, ਸਾਨੂੰ ਦੱਸੋ, ਅਸੀਂ ਤੁਹਾਡੇ ਨਾਲ ਖੜੇ ਹਾਂ, ਹੱਲ ਤੁਸੀਂ ਕਰੋ। ਐਵੇਂ ਹੀ ਸਭ ਨੂੰ ਪੁੱਛੋ ਕਿ ਤੁਹਾਡੀਆਂ ਸਮੱਸਿਆਵਾਂ ਕੀ ਨੇ, ਤੁਸੀਂ ਆਪ ਹੱਲ ਕਰੋ, ਅਸੀਂ ਨਾਲ ਖੜੇ ਹਾਂ। ਇੱਦਾਂ ਹੀ ਪ੍ਰਸ਼ਾਸਨ ਚੱਲਦਾ। ਪਰ ਇਹ ਜਨਤਾ ਤੇ ਪ੍ਰਸ਼ਾਸਨ ਜਿਹੜੇ ਉੱਪਰ ਬੈਠੇ ਨੇ, ਉਹਨਾਂ ਦੇ ਵਿੱਚ ਜਿਹੜੀ ਇਹ ਖਿੱਚਾ ਤਾਣੀ ਚੱਲਦੀ ਰਹਿੰਦੀ ਹੈ ਨਾ, ਰੱਸਾਕਸ਼ੀ ਚੱਲਦੀ ਰਹਿੰਦੀ ਹੈ, ਉਹ ਕੋਈ ਨਤੀਜਾ ਨਹੀਂ ਨਿਕਲਣਾ। ਇੱਦਾਂ ਹੀ ਮੈਚ ਚੱਲਦਾ ਰਹਿਣਾ। ਚਲੋ ਕੀ ਕਰਾਂਗੇ? ਮੇਰੇ ਕੋਲ ਹੋਰ ਵੀ ਹੁਣ ਟਾਈਮ ਹੋ ਗਿਆ। ਹਾਂ, ਟਾਈਮ ਹੋ ਗਿਆ। ਇੱਕ ਮਸਲਾ ਹੋਰ ਲੈਣੇ, ਵਧਾਈਆਂ ਵਾਲੀ ਗੱਲ ਕਰ ਲੈਂਦੇ ਆ ਕਿ ਪੰਜਾਬ ਜਿਹੜਾ ਹੈ ਸਿੱਖਿਆ ਦੇ ਖੇਤਰ ਵਿੱਚ ਫਿਰ ਨੰਬਰ 1 ਤੇ ਆ ਗਿਆ ਜੀ।
ਤਾਂ ਇਹ ਸਾਡੇ ਵਾਸਤੇ ਵਧਾਈਆਂ ਵਾਲੀ ਗੱਲ ਹੈ। ਬਾਕੀ ਸੂਬਿਆਂ ਨੂੰ ਇਹਨਾਂ ਨੇ ਪਿੱਛੇ ਛੱਡ ਦਿੱਤਾ ਹੈ। ਮਹਾਰਾਸ਼ਟਰ ਦੀ ਗੱਲ ਵੀ ਹੁੰਦੀ ਹੈ, ਮਹਾਰਾਸ਼ਟਰ ਕੇਰਲ ਦੀ ਵੀ ਗੱਲ ਹੁੰਦੀ ਆ। ਕੇਰਲਾ ਤਾਂ ਵੈਸੇ ਵੀ ਪਹਿਲਾਂ ਲਿਟਰੇਸੀ 'ਚ ਪਹਿਲਾਂ ਉੱਪਰ ਨੰਬਰ 1 ਸੀਗਾ। ਨੰਬਰ ਮੰਨ ਰਿਹਾ, ਉੱਥੇ ਪੜ੍ਹੇ ਲਿਖੇ ਲੋਕ ਬਹੁਤ ਆ, ਇੰਗਲਿਸ਼ ਬਹੁਤ ਅੱਛੀ ਲੋਕਾਂ ਦੀ, ਮੈਥਮੈਟਿਕਸ ਬਹੁਤ ਅੱਛਾ ਹੈਗਾ। ਪਰ ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਤਾਂ ਪਿਛਲੀ ਸਰਕਾਰ ਵੇਲੇ ਵੀ ਟੌਪ ਤੇ ਰਿਹਾ, ਔਰ ਇਹਦੇ ਤੇ ਸਰਦਾਰ ਪ੍ਰਗਟ ਸਿੰਘ ਸੀਗੇ ਹਾਕੀ ਦੇ ਪਲੇਅਰ ਜਿਹੜੇ, ਜਦੋਂ ਆਪਣੇ ਮੰਤਰੀ, ਉਦੋਂ ਉਹਨਾਂ ਨੇ ਸਿਸੋਦੀਆ ਜੀ ਨਾਲ, ਉੱਥੇ ਜਿਹੜੇ ਐਜੂਕੇਸ਼ਨ ਮਿਨਿਸਟਰ, ਉਹਨਾਂ ਨਾਲ ਬੜਾ ਟਕਰਾ ਰਿਹਾ। ਉਹਨਾਂ ਨੇ ਕਿਹਾ ਕਿ ਜੇ ਪੰਜਾਬ, ਉਹਨਾਂ ਨੇ ਕਿਹਾ ਕਿ ਪੰਜਾਬ ਕਿੱਦਾਂ ਅੱਗੇ ਨਿਕਲ ਗਿਆ। ਉਹ ਕਹਿੰਦੇ ਵੀ ਪੰਜਾਬ 'ਚ ਦਾ ਮਾਡਲ ਅੱਛਾ ਹੈ, ਅਸੀਂ ਇਸੇ ਕਰਕੇ ਰਹਾਂਗੇ। ਸਾਡੇ ਸਕੂਲ ਆ ਕੇ ਵੇਖੋ, ਸਾਡੇ ਸਕੂਲਾਂ ਦਾ ਮਾਡਲ ਦੇਖੋ। ਪਰ ਹੁਣ ਦਿੱਲੀ 8ਵੇਂ ਤੇ ਹੈ ਨਾ, ਤੇ ਇਹ ਆ ਗਿਆ ਇਸ ਵੇਲੇ 928 ਨੰਬਰ ਲੈ ਕੇ ਪਹਿਲੇ ਨੰਬਰ ਤੇ, ਨਾਲ ਮਹਾਰਾਸ਼ਟਰ 'ਚ ਅੱਗੇ ਆ ਗਿਆ। ਕਿਉਂਕਿ ਵੈਸੇ ਪੰਜਾਬ ਦੇ ਸਕੂਲਾਂ ਦੀ ਥੋੜ੍ਹੀ ਦਸ਼ਾ ਤਾਂ ਸੁਧਰੀ ਆ, ਕਿਉਂਕਿ ਜਿਹੜੇ ਪਬਲਿਕ ਸਕੂਲ ਨੇ ਜਾਂ ਪ੍ਰਾਈਵੇਟ ਸਕੂਲ ਨੇ, ਉਹਨਾਂ ਤੋਂ ਬੱਚੇ ਹਟਾ ਕੇ ਲੋਕਾਂ ਨੇ ਸਰਕਾਰੀ ਸਕੂਲਾਂ 'ਚ ਲੈਂਦੇ ਆ। ਔਰ ਟੀਚਰਾਂ ਨੇ ਮਿਹਨਤ ਕੀਤੀ ਆ। ਭਗਵੰਤ ਮਾਨ ਨੇ ਖੁਦ ਵੀ ਕਿਹਾ ਸੀ ਕਿ ਟੀਚਰ ਬਾਹਰ ਭੇਜ ਦੇਣੇ ਆ, ਕੁਝ ਲਰਨ ਕਰਕੇ ਆਉਣਗੇ, ਕੋਈ ਮੈਥਡ ਸਿੱਖ ਕੇ ਆਉਣਗੇ। ਔਰ ਉਹਦੇ 'ਚ ਜਿਹੜੇ ਹਾਈ ਸਕੂਲਾਂ ਦੇ ਜਾਂ ਐਲੀਮੈਂਟਰੀ ਸਕੂਲਾਂ ਦੇ ਟੀਚਰ ਨੇ, ਉਹ ਖੁਦ ਸਿੱਖਿਆ ਲੈਣ ਲਈ ਬਾਹਰਲੇ ਦੇਸ਼ਾਂ 'ਚ ਗਏ ਵੀ ਆ, ਔਰ ਕੁਝ ਲੈ ਕੇ ਆ ਵੀ ਗਏ ਆ। ਇਸੇ ਤਰ੍ਹਾਂ ਦੇ ਜਿਹੜੇ ਮਸਲੇ ਜੇ ਉੱਠਦੇ ਰਹਿਣਗੇ ਤਾਂ ਮੇਰਾ ਖਿਆਲ ਦਰਸ਼ਕ ਵੀ ਖੁਸ਼ ਰਹਿਣਗੇ ਤੇ ਉਹਨਾਂ ਦੇ ਮਾਪੇ ਵੀ ਖੁਸ਼ ਰਹਿਣਗੇ, ਬੱਚਿਆਂ ਦੇ ਮਾਪੇ। ਦਰਸ਼ਕ ਖੁਸ਼ ਹੋਣਗੇ ਕਿਉਂਕਿ ਸਾਡਾ ਪੰਜਾਬ ਨੰਬਰ 1 ਤੇ ਹੈ। ਜੀ ਜੀ। ਔਰ ਇਸ ਵਾਰ ਬਜਟ ਦੇ ਵਿੱਚ ਵੀ ਨਾ ਸਿਹਤ ਸੁਵਿਧਾਵਾਂ ਤੇ ਸਿੱਖਿਆ ਸੁਵਿਧਾਵਾਂ, ਇਹਨਾਂ ਉੱਤੇ ਖਾਸ ਤਵੱਜੋ ਦਿੱਤੀ ਗਈ ਹੈ, ਖਾਸ ਸਪੈਸ਼ਲ ਬਜਟ ਰੱਖਿਆ ਗਿਆ। ਹੁਣ ਸ਼ਰਤ ਇਹ ਹੈ ਖਰਚ ਵੀ ਹੋਵੇ, ਹੈ ਨਾ, ਔਰ ਸਹੀ ਬੰਦੇ ਤੱਕ ਪਹੁੰਚੇ। ਇਹ ਨਾ ਹੋਵੇ ਕਿ ਵਿੱਚ ਫਿਰ ਕਰਪਸ਼ਨ ਔਰ ਖਾਣ ਪੀਣ ਵਾਲੇ ਬਹੁਤ ਨੇ, ਸਾਡੇ ਮੌਜਾਂ ਕਰਨ ਵਾਲੇ ਬਹੁਤ ਨੇ, ਜਿਹੜੇ ਦੂਸਰੇ ਦੇ ਪੈਸੇ ਉੱਤੇ ਮੌਜਾਂ ਕਰਨ ਦਾ ਬੜਾ ਐਕਸਪਰਟ ਹੁਨਰ ਰੱਖਦੇ ਨੇ। ਉਹਨਾਂ ਤੋਂ ਬਚਾ ਕੇ ਆਖਰੀ ਬੰਦੇ ਤੱਕ ਫਾਇਦਾ ਪਹੁੰਚਣਾ ਚਾਹੀਦਾ ਜ਼ਰੂਰ, ਤਾਂ ਜਾ ਕੇ ਇਹ ਸਿਹਤ ਸੁਵਿਧਾਵਾਂ ਤੇ ਸਿੱਖਿਆ ਸੁਵਿਧਾਵਾਂ ਵਾਕਈ ਪੰਜਾਬ ਸੂਬੇ ਨੂੰ ਇੱਕ ਰੰਗਲਾ ਪੰਜਾਬ ਜੋ ਅਸੀਂ ਸੁਪਨਾ ਦੇਖਦੇ ਹਾਂ। ਜੇ ਐਜੂਕੇਸ਼ਨ ਦਾ ਮਾਡਲ ਅੱਛਾ ਬਣ ਗਿਆ, ਜੇ ਐਜੂਕੇਸ਼ਨ ਦੇ ਮੈਥਡ ਅੱਛੇ ਆ ਗਏ, ਟੀਚਿੰਗ ਮੈਥਡ ਅੱਛੇ ਆ ਗਏ, ਟੀਚਰ ਮਿਹਨਤ ਕਰਨ ਲੱਗੇ ਤੇ ਬੱਚੇ ਅਵਲ ਰਹਿ ਗਏ, ਤੇ ਮੇਰਾ ਖਿਆਲ ਹੈ ਕਿ ਪੰਜਾਬ ਪਿੱਛੇ ਨਹੀਂ ਰਹੇਗਾ। ਜੇ ਕੇਰਲਾ ਦੇ ਬਰਾਬਰ ਆ ਗਿਆ ਤਾਂ ਇਹਦਾ ਮਤਲਬ ਬਹੁਤ ਵੱਡੀ ਵਧਾਈ ਦੀ ਗੱਲ ਹੈ ਸਾਰੇ ਦਰਸ਼ਕਾਂ ਨੂੰ, ਪੰਜਾਬੀਆਂ ਨੂੰ, ਸਾਰੇ ਪ੍ਰਵਾਸੀ ਭਾਰਤੀਆਂ ਨੂੰ। ਕਿ ਗੱਲ ਸੋਚਣ ਵਾਲੀ ਵੀ ਹੈ ਕਿ ਆਈਲੈਟਸ ਬੱਚੇ ਕਰਦੇ ਨੇ, ਸਟੱਡੀ ਲਈ ਬਾਹਰ ਜਾਂਦੇ ਆ, ਉਹ ਵੀ ਇਸ ਗੱਲ ਦੇ ਅੱਗੇ ਆਉਣਗੇ ਕਿ ਜੇ ਅੰਗਰੇਜ਼ੀ ਅੱਛੀ ਉਹਨਾਂ ਦੀ, ਜੇ ਸਿੱਖ ਜਾਣਗੇ ਤਾਂ ਜੇ ਇਹਦਾ ਮਤਲਬ ਪੜ੍ਹਾਈ ਅੱਛੀ ਹੈ। ਇਹ ਵੀ ਕਹੋ ਨਾ ਕਿ ਪੜ੍ਹਾਈ ਨਾਲ ਅੱਛੀ ਹੈ, ਨਾਲ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਹੋਣ, ਖੇਤੀਬਾੜੀ ਦੇ ਵਿੱਚ ਖੇਤੀਬਾੜੀ ਨੂੰ ਬਿਜ਼ਨਸ ਦਾ ਰੂਪ ਦਿੱਤਾ ਜਾਵੇ ਹਰ ਥਾਂ ਦੇ ਉੱਤੇ। ਫਿਰ ਇਹ ਆਇਲਟਸ ਕਰਕੇ ਬਾਹਰ ਨਾ ਜਾਣ, ਅੰਗਰੇਜ਼ੀ ਸਿੱਖਣ। ਸਾਡੇ ਐਜੂਕੇਸ਼ਨ ਕਰਨ ਜਾਂਦੇ ਤਾਂ ਮਾੜੀ ਗੱਲ ਨਹੀਂ, ਆਪਾਂ ਕਿ ਆਪ ਜਾਂਦੇ ਆ ਤਾਂ ਨਹੀਂ ਵਾਪਸ ਇੱਥੇ ਆਉਣ, ਵਾਪਸ। ਹਾਂ, ਕਿਉਂਕਿ ਜਦੋਂ ਕੋਈ ਬੰਦਾ ਬਾਹਰ ਜਾਂਦਾ ਨਾ ਤਾਂ 2 ਹੱਥ ਤੇ ਇੱਕ ਦਿਮਾਗ ਉਧਰ ਵੱਧ ਜਾਂਦਾ, ਇੱਧਰ ਘਟ ਜਾਂਦਾ। ਉਹੀ ਹੈ, ਉਹ ਕਾਬਿਲ ਬੰਦੇ ਇੱਧਰ ਰਹਿਣ ਤਾਂ ਮਜ਼ਾ ਆਵੇ, ਕਿੰਨਾ ਵਧੀਆ ਲੱਗੂਗਾ। ਕਿਸਾਨ ਖੇਤੀ ਕਰਦਾ, ਨਾਲ ਅੰਗਰੇਜ਼ੀ ਚਟਰ ਚਟਰ ਪਟਰ ਪਟਰ ਬੋਲਦਾ, ਕਹਿਣਗੇ ਵਾਹ ਜੀ ਵਾਹ। ਨੌਜਵਾਨ ਪੰਜਾਬ ਦੇ ਜੇ ਪੰਜਾਬ ਚ ਰਹਿਣਗੇ ਤਾਂ ਪੰਜਾਬ ਕਿਸਾਨ ਵੀ ਅੰਗਰੇਜ਼ੀ ਬੋਲਣ ਲੱਗ ਪਏ ਸਾਡੇ ਤੇ ਭਗਵੰਤ ਮਾਨ ਕਹਿੰਦੇ ਨੇ ਕਿ ਗੋਰੇ ਵੀ ਆ ਕੇ ਪੰਜਾਬ ਦੇ ਵਿੱਚ ਨੌਕਰੀ ਕਰਿਆ ਕਰਨਗੇ। ਚਲੋ ਦੇਖੋ ਕਿੱਦਾਂ ਹੁੰਦਾ। ਗੱਲ ਤਾਂ ਠੀਕ ਉਹਨਾਂ ਦੀ, ਬਾਹਰ ਵੀ ਵੈਸੇ ਜਿੱਥੇ ਪੰਜਾਬੀ ਬੈਠੇ ਆ ਉਹਨਾਂ ਨੇ ਆਪਣੇ ਉੱਤੇ ਰੱਖੇ ਨੌਕਰ, ਉਹੀ ਬੰਦੇ ਨੇ ਜਿਹੜੇ ਕੰਮ ਕਰਦੇ। ਠੀਕ ਆ। ਔਰ ਕਿਹਾ ਜਾਂਦਾ ਕਿ ਜਿਹੜੀ ਡੈਮੋਕ੍ਰੇਸੀ ਹੈ ਨਾ, ਲੋਕਤੰਤਰ ਹੈ, ਉਹਦਾ ਆਧਾਰ ਹੈ ਸਿੱਖਿਆ। ਔਰ ਜਿੰਨੀ ਜ਼ਿਆਦਾ ਸਿੱਖਿਆ ਹੋਏਗੀ, ਨਾਗਰਿਕ ਭਾਰਤ ਦੇ, ਨਾਗਰਿਕ ਪੰਜਾਬ ਦੇ ਉਨੇ ਜ਼ਿਆਦਾ ਸਿੱਖਿਅਤ ਹੋਣਗੇ। ਔਰ ਜਿੰਨੇ ਜ਼ਿਆਦਾ ਨਾਗਰਿਕ ਸਿੱਖਿਅਤ ਹੋਣਗੇ, ਉਹ ਡੈਮੋਕ੍ਰੇਸੀ ਦੇ ਵਿੱਚ ਐਕਟਿਵ ਸਿਟੀਜ਼ਨ ਹੋ ਸਕਦੇ ਨੇ, ਜਾਗਰੂਕ ਨਾਗਰਿਕ ਬਣ ਕੇ ਸਰਕਾਰ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਸਕਦੇ ਨੇ ਤੇ ਕਰਪਸ਼ਨ ਨੂੰ ਰੋਕ ਸਕਦੇ ਨੇ। ਸਰਕਾਰ ਨੂੰ ਸਵਾਲ ਪੁੱਛ ਸਕਦੇ ਨੇ ਕਿ ਦੱਸੋ ਇਹ ਕਰਪਸ਼ਨ ਹੋਈ ਤੇ ਕਿਵੇਂ ਹੋਈ, ਕਿਉਂਕਿ ਸਰਕਾਰ 'ਚ ਲੋਕ ਬੈਠੇ ਨੇ ਇਦਾਂ ਦੇ ਜਿਹੜੇ ਕਰਪਸ਼ਨ ਕਰਦੇ ਨੇ, ਅਸੀਂ ਸਾਰੇ ਜਾਣਦੇ ਹਾਂ। ਸਹੀ ਗੱਲ। ਸੋ ਚੱਲਿਆ ਜਾਵੇ ਜੀ। ਬਿਲਕੁਲ ਜੀ। ਚਲੋ ਆਪਾਂ ਹੁਣ ਦਰਸ਼ਕਾਂ ਤੋਂ ਇਜਾਜ਼ਤ ਲੈਣੀ ਹੈ ਤੇ ਨਾਲ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲੋ ਜੀ ਚੱਲੀਏ। ਹਾਂਜੀ, ਸਤਿ ਸ਼੍ਰੀ ਅਕਾਲ।